ਤਾਂ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹਨ, ਚੜ੍ਹਿਆ ਸੋਧਣ ਧਰਤ ਲੁਕਾਈ। ਸਤਿਗੁਰ ਜੀ ਇਸ ਵਿਚਾਰ ਅਧੀਨ ਚੱਲ ਪੈਂਦੇ ਹਨ। ਸੁਲਤਾਨਪੁਰ ਲੋਧੀ ਤੋਂ ਨਾਲ ਭਾਈ ਮਰਦਾਨਾ ਜੀ ਸਤਿਗੁਰ ਜੀ ਦੇ ਸਾਥੀ ਹਨ। 17 ਦਿਨ ਲੰਬਾ ਪੈਂਡਾ ਤੈਅ ਕਰਦੇ ਹੋਏ ਪਹਿਲਾ ਪੜਾਅ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਐਮਨਾਬਾਦ ਨਗਰ ਦੇ ਵਿੱਚ। ਇਸ ਸ਼ਹਿਰ ਦਾ ਪਹਿਲਾ ਨਾਮ ਸੈਦਪੁਰ ਵੀ ਦੱਸਿਆ ਜਾਂਦਾ ਹੈ। ਇਸ ਨਗਰ ਦੇ ਵਿੱਚ ਇੱਕ ਕਿਰਤੀ ਤਰਖਾਣ ਭਾਈ ਲਾਲੋ ਰਹਿੰਦਾ ਹੈ। ਸਤਿਗੁਰੂ ਜੀ ਭਾਈ ਮਰਦਾਨੇ ਸਮੇਤ ਉਸ ਦੇ ਘਰ ਜਾਂਦੇ ਹਨ। ਸਤਿਗੁਰਾਂ ਜੀ ਦੀ ਭਾਈ ਲਾਲੋ ਟਹਿਲ ਸੇਵਾ ਕਰਦਾ ਹੈ। ਦਿਨੇ ਆਪਣਾ ਕਿਰਤਕਾਰ ਕਰਦਾ ਹੈ, ਰਾਤ ਨੂੰ ਸਤਿਗੁਰਾਂ ਜੀ ਦੇ ਚਰਨ ਪਰਸਦਾ ਹੈ, ਸੇਵਾ ਵਿੱਚ ਲੱਗ ਜਾਂਦਾ ਹੈ। ਕੁਝ ਸਮਾਂ ਸਤਿਗੁਰ ਜੀ ਉੱਥੇ ਰੁਕਦੇ, ਜਦੋਂ ਜਾਣ ਲੱਗਦੇ ਨੇ ਉੱਥੋਂ, ਤਾਂ ਭਾਈ ਲਾਲੋ ਸਤਿਗੁਰਾਂ ਜੀ ਨੂੰ ਬੇਨਤੀ ਕਰਦਾ ਹੈ ਕਿ ਸਤਿਗੁਰ ਜੀ ਅਜੇ ਤੁਹਾਨੂੰ ਆਏ ਸਿਰਫ 3 ਕੁ ਦਿਨ ਹੋਏ ਨੇ, ਤੁਸੀਂ ਮੇਰੇ ਘਰ ਘੱਟੋ ਘੱਟ 1 ਮਹੀਨਾ ਹੋਰ ਰਹੋ, ਮੈਨੂੰ ਬਹੁਤ ਖੁਸ਼ੀ ਹੋਵੇਗੀ। ਤਾਂ ਸਤਿਗੁਰ ਜੀ ਆਪਣੇ ਸੇਵਕ ਦੀ ਭਾਵਨਾ ਨੂੰ ਵੇਖਦੇ ਹੋਏ ਰੁਕ ਜਾਂਦੇ ਹਨ। ਤੇ ਇੰਨੇ ਨੂੰ ਭਾਈ ਮਰਦਾਨਾ ਜੀ ਆਖਦੇ ਨੇ ਕਿ ਸਤਿਗੁਰ ਜੀ ਮਹੀਨਾ ਰੁਕਣਾ ਇੱਥੇ, ਓਨੀ ਦੇਰ ਜਾ ਕੇ ਮੈਂ ਤਲਵੰਡੀ ਨਗਰ ਵਿੱਚ ਜਾ ਕੇ ਆਪਣੇ ਪਰਿਵਾਰ ਦੀ ਸੁੱਖ ਸਾਂਦ ਦਾ ਪਤਾ ਕਰ ਆਉਣਾ ਹਾਂ, ਨਾਲੇ ਤੁਹਾਡੇ ਪਰਿਵਾਰ ਦੇ ਬਾਬਤ ਵੀ ਜਾਣ ਲਵਾਂਗਾ। ਤੇ ਸਤਿਗੁਰ ਜੀ ਪਾਸੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਤਲਵੰਡੀ ਵੱਲ ਨੂੰ ਤੁਰ ਜਾਂਦੇ ਹਨ। ਇੱਧਰ ਐਮਨਾਬਾਦ ਦੇ ਵਿੱਚ ਇੱਕ ਖੱਤਰੀ ਧਨਾੜ ਜਿਹੜਾ ਹੈ, ਬਹੁਤ ਪੈਸੇ ਵਾਲਾ, ਜਿਹਦਾ ਨਾਮ ਮਲਕ ਭਾਗੋ ਹੈ, ਉਹ ਇੱਥੋਂ ਦਾ ਜੋ ਰਾਜਾ ਹੈ ਇਸ ਨਗਰ ਦਾ, ਉਹ ਇੱਕ ਪਠਾਨ ਹੈ। ਉਹਦਾ ਇਹ ਅਹਿਲਕਾਰ ਹੈ, ਉਹਦਾ ਇੱਕ ਮੰਤਰੀ ਹੈ। ਬਹੁਤ ਪੈਸਾ ਹੈ, ਪਰ ਇਸ ਨੇ ਇਹ ਸਾਰਾ ਪੈਸਾ, ਇਹ ਕਮਾਈ ਜਿਹੜੀ ਹੈ, ਇਹ ਪਾਪਾਂ ਦੇ ਨਾਲ ਇਕੱਠੀ ਕੀਤੀ ਹੈ। ਲੋਕਾਂ ਦਾ ਹੱਕ ਮਾਰ ਕੇ ਇਸ ਨੇ ਜੋ ਧਨ ਜੋੜਿਆ ਹੈ, ਅਤੇ ਫਿਰ ਲੋਕਾਂ ਵਿੱਚ ਆਪਣੀ ਸੋਭਾ ਕਰਨ ਵਾਸਤੇ, ਜਸ ਖੱਟਣ ਵਾਸਤੇ, ਇਹਨੇ ਆਪਣੇ ਘਰ ਇਹ ਸਾਲ ਦੇ ਵਿੱਚ 1 ਵਾਰ ਬ੍ਰਹਮ ਭੋਜ ਜਿਹੜਾ ਹੈ ਉਹ ਕਰਵਾਉਂਦਾ ਹੈ। ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਤਿਆਰ ਹੁੰਦੇ ਨੇ ਤੇ ਹਰ ਇੱਕ ਜਾਤ ਵਰਣ ਦੇ ਮਨੁੱਖ ਨੂੰ ਸੱਦਾ ਦਿੱਤਾ ਜਾਂਦਾ ਹੈ। ਬ੍ਰਾਹਮਣ ਵੀ ਆਉਂਦੇ ਨੇ, ਖੱਤਰੀ ਵੀ, ਵੈਸ਼ ਵੀ ਤੇ ਸ਼ੂਦਰ ਵੀ, ਪਰ ਸਾਰਿਆਂ ਨੂੰ ਅਲੱਗ-ਅਲੱਗ ਬਿਠਾਇਆ ਜਾਂਦਾ ਹੈ, ਇਕੱਠੇ ਨਹੀਂ। ਬ੍ਰਾਹਮਣ ਦਾ ਦਰਜਾ ਸਭ ਤੋਂ ਉੱਚਾ ਸੀ ਵਰਣ ਵੰਡ ਦੇ ਮੁਤਾਬਕ। ਦੂਜੇ ਨੰਬਰ ਤੇ ਉਸਨੇ ਖੱਤਰੀ ਨੂੰ ਰੱਖਿਆ, ਤੀਜੇ ਤੇ ਵੈਸ਼ ਤੇ ਚੌਥੇ ਨੰਬਰ ਤੇ ਸ਼ੂਦਰ ਨੂੰ। ਤੇ ਜਦੋਂ ਉਹਨੇ ਆਪਣਾ ਇੱਕ ਪੰਡਤ, ਇੱਕ ਬ੍ਰਾਹਮਣ ਸਾਰੇ ਨਗਰ ਦੇ ਵਿੱਚ ਉਹ ਭੇਜ ਰਿਹਾ ਹੈ ਕਿ ਸਾਰੀਆਂ ਥਾਵਾਂ ਤੇ ਜਾ ਕੇ ਹਰ ਕਿਸੇ ਨੂੰ ਉਹ ਮਲਕ ਭਾਗੋਂ ਦੇ ਵੱਲੋਂ ਨਿਉਂਦਾ ਦੇ ਕੇ ਆਵੇ। ਅਮੰਤੂ ਸ਼ਬਦ ਆਇਆ ਹੈ ਵਾਰ-ਵਾਰ, ਜਿਹਦਾ ਮਤਲਬ ਹੈ ਨਿਮੰਤਰਣ ਦੇਣਾ, ਕਿਸੇ ਨੂੰ ਸੱਦਣਾ। ਤੇ ਉਹ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਸ ਨਗਰ ਦੇ ਵਿੱਚ ਗੁਰੂ ਨਾਨਕ ਨਾਮ ਦਾ ਇੱਕ ਤਪਾ ਆਇਆ ਹੈ, ਤੇ ਉਹ ਖੋਜ ਕਰਦਾ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲ ਪਹੁੰਚਦਾ ਹੈ ਤੇ ਜਾ ਕੇ ਕਹਿੰਦਾ ਹੈ ਕਿ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੈ, ਉਹਨੇ ਸਾਰੇ ਵਰਣਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ, ਮੈਂ ਤੁਹਾਨੂੰ ਵੀ ਸੱਦਾ ਦੇਣ ਵਾਸਤੇ ਆਇਆ ਹਾਂ। ਸਤਿਗੁਰੂ ਜੀ ਉਸ ਬ੍ਰਾਹਮਣ ਦੀ ਗੱਲ ਸੁਣ ਕੇ ਕਹਿੰਦੇ ਹਨ, ਭਾਈ ਅਸੀਂ ਇਹਨਾਂ 4 ਵਰਣਾਂ ਵਿੱਚੋਂ ਕਿਸੇ ਵੀ ਵਰਣ ਵਿੱਚ ਨਹੀਂ ਆਉਂਦੇ। ਸਤਿਗੁਰੂ ਜੀ ਨੇ ਬ੍ਰਾਹਮਣ ਵੱਲੋਂ ਜੋ ਬਣਾਈ ਜਾਤ ਹੈ, ਜੋ ਵਰਣ ਵੰਡ ਹੈ, ਉਸ ਨੂੰ ਰੱਦ ਕੀਤਾ ਹੈ, ਕਿਉਂਕਿ ਇਹ ਵਰਣ ਵੰਡ ਮਨੁੱਖ ਦੀ ਬਣਾਈ ਹੋਈ ਹੈ, ਇਹ ਰੱਬ ਨਹੀਂ ਬਣਾ ਕੇ ਭੇਜਦਾ। ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਤੇ ਨੀਵਾਂ ਕਹਿੰਦਾ ਹੈ, ਤੇ ਭਗਤ ਕਬੀਰ ਸਾਹਿਬ ਜੀ ਡੰਕੇ ਦੀ ਚੋਟ ਤੇ ਕਹਿੰਦੇ ਨੇ ਬ੍ਰਾਹਮਣ ਨੂੰ, ਕਹਿੰਦੇ ਨੇ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ,
ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦਾ ਭਾਈ ਜੇਕਰ ਤੂੰ ਬ੍ਰਾਹਮਣ ਹੋਣ ਕਰਕੇ ਉੱਚੀ ਜਾਤ ਵਾਲਾ ਹੈ, ਵੱਡਾ ਹੈ ਆਪਣੇ ਆਪ ਦੇ ਵਿੱਚ, ਤਾਂ ਫਿਰ ਤੇਰਾ ਸੰਸਾਰ ਵਿੱਚ ਆਉਣ ਦਾ ਕੋਈ ਹੋਰ ਢੰਗ ਤਰੀਕਾ ਹੋਣਾ ਚਾਹੀਦਾ ਸੀ। ਤੂੰ ਵੀ ਉਸੇ ਪ੍ਰਕਿਰਿਆ ਦੇ ਰਾਹੀਂ ਸੰਸਾਰ ਦੇ ਵਿੱਚ ਆਇਆ ਹੈ, ਜਿਸ ਤਰੀਕੇ ਨਾਲ ਜਿਹਨੂੰ ਸ਼ੂਦਰ ਕਹਿਣਾ ਹੈ ਉਹ ਸੰਸਾਰ ਵਿੱਚ ਆਉਂਦਾ ਹੈ। ਜੇ ਤੇਰਾ ਕਿਸੇ ਵਿਲੱਖਣ ਢੰਗ ਦੇ ਨਾਲ ਆਉਣਾ ਹੋਵੇ ਤਾਂ ਅਸੀਂ ਮੰਨੀਏ ਵੀ ਹਾਂ ਸੱਚੀ ਰੱਬ ਨੇ ਕੋਈ ਵਖਰੇਵਾਂ ਕਰਕੇ ਉਹਨੇ ਆਪ ਹੀ ਭੇਜਿਆ ਹੈ। ਤੇ ਇਸ ਤੋਂ ਅੱਗੇ ਆਖਦੇ ਹਨ, ਭਾਈ ਤੇਰੇ ਸਰੀਰ ਦੇ ਵਿੱਚ ਨਾੜੀਆਂ ਦੇ ਵਿੱਚ ਲਹੂ ਹੈ ਤੇ ਸਾਡੇ ਵੀ ਲਹੂ ਹੈ। ਜੇ ਤੇਰੀਆਂ ਨਾੜੀਆਂ ਵਿੱਚ ਲਹੂ ਦੀ ਥਾਂ ਤੇ ਦੁੱਧ ਹੋਵੇ ਤਾਂ ਤੇ ਮੈਂ ਮੰਨ ਲਵਾਂ ਕਿ ਹਾਂ ਭਾਈ ਤੂੰ ਸਾਡੇ ਨਾਲੋਂ ਉੱਤਮ ਹੈ, ਤੂੰ ਸੱਚੀ ਸਾਡੇ ਨਾਲੋਂ ਉੱਚਾ ਹੈ। ਪਰ ਤੇਰੀਆਂ ਰਗਾਂ ਵਿੱਚ ਵੀ ਖੂਨ ਹੈ ਤੇ ਸਾਡੇ ਸਰੀਰ ਵਿੱਚ ਵੀ ਉਹੀ ਹੈ। ਜਦੋਂ ਬਣਾਉਣ ਵਾਲੇ ਨੇ ਕੋਈ ਫਰਕ ਨਹੀਂ ਕੀਤਾ ਤੇ ਜਿਹੜਾ ਬਣ ਗਿਆ ਤੇ ਉਹ ਫਰਕ ਪਾਵੇ ਤੇ ਇਹ ਗੱਲ ਸਹੀ ਨਹੀਂ ਹੈ। ਤਾਂ ਸਤਿਗੁਰੂ ਜੀ ਆਖਦੇ ਉਸ ਬ੍ਰਾਹਮਣ ਨੂੰ, ਭਾਈ ਅਸੀਂ ਤੇ 4 ਵਰਣਾਂ ਵਿੱਚੋਂ ਕਿਸੇ ਵੀ ਵਰਣ ਵਿੱਚ ਨਹੀਂ ਆਉਂਦੇ, ਇਸ ਕਰਕੇ ਮੈਂ ਨਹੀਂ ਜਾਣਦਾ ਮਲਕ ਭਾਗੋ ਕੌਣ ਹੈ, ਕਿੱਥੇ ਰਹਿੰਦਾ, ਕੀ ਕਰਦਾ ਹੈ, ਤੇ ਮੇਰਾ ਉਹਦੇ ਬ੍ਰਹਮ ਭੋਜ ਵਿੱਚ ਜਾਣ ਨੂੰ ਮਨ ਨਹੀਂ ਕਰਦਾ। ਸਤਿਗੁਰੂ ਜੀ ਮਨਾ ਕਰ ਦਿੰਦੇ ਹਨ। ਬ੍ਰਾਹਮਣ ਜਾ ਕੇ ਮਲਕ ਭਾਗੋ ਨੂੰ ਈਰਖਾਲੂ ਈਰਖਾ ਵਸ ਚੁਗਲੀ ਕਰਦਾ ਹੈ, ਗੱਲ ਨੂੰ ਵਧਾ ਚੜਾ ਕੇ ਦੱਸਦਾ ਹੈ ਕਿ ਉਹ ਤਾਂ ਭਾਈ ਆਪਣੇ ਆਪ ਨੂੰ ਤੁਹਾਡੇ ਨਾਲੋਂ ਉੱਚਾ ਸਮਝਦੇ ਨੇ। ਗੁਰੂ ਨਾਨਕ ਤਪਾ ਤੇ ਆਪਣੀ ਅੱਖ ਥਲੇ ਨੇ ਕਿਸੇ ਨੂੰ ਰੱਖਦਾ, ਉਹ ਤੇ ਬੜੇ ਹੀ ਹੰਕਾਰ ਦੇ ਵਿੱਚ ਉਹਨਾਂ ਤੇ ਬ੍ਰਹਮ ਭੋਜ ਤੇ ਆਉਣ ਤੋਂ ਮਨਾ ਕਰ ਦਿੱਤਾ ਹੈ। ਇਹ ਗੱਲਾਂ ਸੁਣ ਕੇ ਮਲਕ ਭਾਗੋ ਨੂੰ ਬਹੁਤ ਕ੍ਰੋਧ ਆਉਂਦਾ ਹੈ, ਬਹੁਤ ਗੁੱਸਾ ਚੜ ਜਾਂਦਾ ਹੈ। ਉਹ ਕਹਿੰਦਾ ਭਾਈ ਤੂੰ ਮੇਰੇ ਵੱਲੋਂ ਸੱਦਾ ਦਿੱਤਾ ਸੀ, ਆਖਿਆ ਸੀ ਵੀ ਮੈਂ ਸੱਦਿਆ ਹੈ। ਕਹਿੰਦਾ ਹਾਂ ਮੈਂ ਤੁਹਾਡਾ ਉਚੇਚਾ ਜ਼ਿਕਰ ਕੀਤਾ ਸੀ ਵੀ ਤੁਸੀਂ ਹੀ ਸੱਦਿਆ ਹੈ। ਕਹਿੰਦੇ ਫਿਰ ਵੀ ਨਹੀਂ ਆਏ, ਫਿਰ ਵੀ ਨਹੀਂ ਆਏ। ਚਲੋ ਇਦਾਂ ਕਰੋ ਫਿਰ ਦੁਬਾਰਾ ਜਾਵੋ ਤੇ ਹੁਣ ਜਾ ਕੇ ਫਿਰ ਦੁਬਾਰਾ ਆਖੋ, ਤੇ ਜੇ ਨਾ ਗੁਰੂ ਨਾਨਕ ਸਾਹਿਬ ਆਉਣ ਤੇ 4 ਕੁ ਬੰਦੇ ਲੈ ਜਾਵੋ, ਨਾ ਆਉਣਗੇ ਤੇ ਧੱਕੇ ਨਾਲ ਫੜ ਕੇ ਲੈ ਆਵੇ। ਤੇ ਹੁਣ ਇੱਕ ਪਾਸੇ ਤੇ ਬੰਦਾ ਬ੍ਰਹਮ ਭੋਜ ਕਰ ਰਿਹਾ ਹੈ, ਆਪਣੇ ਵੱਲੋਂ ਲੋਕਾਂ ਵਿੱਚ ਵਿਖਾ ਰਿਹਾ ਕਿ ਬੜਾ ਪੁੰਨ ਦਾ ਕੰਮ ਕਰ ਰਿਹਾ ਹਾਂ। ਦੂਜੇ ਪਾਸੋਂ ਜੇਕਰ ਕੋਈ ਆਉਣ ਤੋਂ ਇਨਕਾਰ ਕਰਦਾ ਹੈ ਤੇ ਉਹਨੂੰ ਜ਼ਬਰਦਸਤੀ ਧੱਕੇ ਦੇ ਨਾਲ ਕਿਸੇ ਨੂੰ ਕੁਝ ਸਿਖਾਣਾ, ਕਿਸੇ ਨੂੰ ਕੁਝ ਪਿਆਣਾ, ਉਹ ਪੁੰਨ ਨਹੀਂ, ਉਹ ਸੇਵਾ ਨਹੀਂ ਹੁੰਦੀ। ਤਾਂ ਸਤਿਗੁਰੂ ਜੀ ਪਾਸ ਜਦੋਂ ਦੁਬਾਰਾ ਉਹ ਬ੍ਰਾਹਮਣ ਤੇ ਨਾਲ 4 ਕੁ ਮਨੁੱਖ ਭੇਜਦਾ ਜੋ ਮਲਕ ਭਾਗੋ ਜਾਂਦੇ ਹਨ ਤੇ ਕਹਿੰਦੇ ਨੇ ਵੀ ਤੁਹਾਨੂੰ ਉਚੇਚੇ ਤੌਰ ਤੇ ਮਲਕ ਭਾਗੋ ਫਿਰ ਦੁਬਾਰਾ ਸੱਦ ਰਿਹਾ ਹੈ, ਤੁਸੀਂ ਚੱਲੋ ਸਾਡੇ ਨਾਲ। ਜੇ ਨਾ ਤੁਰੇ ਸਾਡੇ ਨਾਲ ਤੇ ਆ 4 ਬੰਦੇ ਜਿਹੜੇ ਲੈ ਕੇ ਆਇਆ ਫੜ ਕੇ ਤੁਹਾਨੂੰ ਲੈ ਜਾਵਾਂਗੇ। ਤਾਂ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ ਭਾਈ, ਧੱਕਾ ਕਰਨ ਦੀ ਲੋੜ ਨਹੀਂ, ਅਸੀਂ ਆਪ ਹੀ ਚੱਲ ਪੈਨੇ ਆ। ਕਹਿੰਦੇ ਵੈਸੇ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ, ਸਾਡਾ ਕੋਈ ਲੈਣ ਦੇਣ ਨਹੀਂ ਹੈ ਮਲਕ ਭਾਗੋ ਨਾਲ, ਫਿਰ ਵੀ ਉਹ ਬੁਲਾ ਰਿਹਾ, ਚਲੋ ਕੋਈ ਗੱਲ ਨਹੀਂ। ਤਾਂ ਹੁਣ ਸਤਿਗੁਰੂ ਜੀ ਜਦੋਂ ਤੁਰਦੇ ਨੇ ਉਸ ਬ੍ਰਾਹਮਣ ਦੇ ਨਾਲ ਮਲਕ ਭਾਗੋ ਦੇ ਘਰ ਪਹੁੰਚਦੇ ਹਨ, ਤਾਂ ਆਓ ਇਸ ਤੋਂ ਅਗਲੀ ਵਿਚਾਰ ਪ੍ਰਾਰੰਭਣ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ। ਸੁਨੀ ਨਗਰ ਮਹਿ ਜਹ ਕਹਿ ਤਹਾਂ ਸ੍ਰੀ ਗੁਰੂ ਗਹਿ ਮੰਗਵਾਏ। ਹੁਣ ਜਿਵੇਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸ ਬ੍ਰਾਹਮਣ ਤੇ ਜਿਹੜੇ 4 ਕੁ ਬੰਦੇ ਘੱਲੇ ਸਨ ਮਲਕ ਭਾਗੋ ਨੇ ਨਾਲ, ਉਹਨਾਂ ਦੇ ਤੁਰਦੇ ਨੇ ਜਾਣ ਵਾਸਤੇ। ਹੁਣ ਨਗਰ ਦੇ ਲੋਕ ਵੀ ਵੇਖ ਰਹੇ ਸਨ, ਗਲੀਆਂ ਵਿੱਚ ਖਲੋਤੇ, ਤੇ ਇਹ ਵੀ ਗੱਲ ਪਹਿਲਾਂ ਪਤਾ ਲੱਗ ਚੁੱਕੀ ਸੀ ਸਾਰਿਆਂ ਨੂੰ ਵੀ ਸਾਰੇ ਤੇ ਤੁਰ ਗਏ ਨੇ, ਪਰ ਇੱਕ ਨਾਨਕ ਨਾਮ ਦਾ ਤਪਾ ਹੈ ਜੋ ਇਸ ਬ੍ਰਹਮ ਭੋਜ ਵਿੱਚ ਨਹੀਂ ਜਾ ਰਹੇ।
ਇਸ ਕਰਕੇ ਲੋਕਾਂ ਦੇ ਮਨ ਵਿੱਚ ਜਾਣਨ ਦੀ ਇੱਛਾ ਸੀ ਵੀ ਕਿਉਂ ਨਹੀਂ ਜਾ ਰਹੇ। ਜੇ ਹੁਣ ਤੁਰ ਪਏ ਨੇ ਤੇ ਵੇਖੋ ਹੁਣ ਮਲਕ ਭਾਗੋ ਕੀ ਕਰਦਾ ਹੈ। ਉਹ ਵੀ ਸਾਰਾ ਕੁਝ ਜਾਣਨ ਵਾਸਤੇ, ਵੇਖਣ ਵਾਸਤੇ ਵੀ ਕੀ ਹੋਵੇਗਾ। ਇਹ ਤਾਂ ਬ੍ਰਹਮ ਭੋਜ ਵਿੱਚ ਜਾਣਾ ਨਹੀਂ ਸੀ ਚਾਹੁੰਦੇ, ਧੱਕੇ ਨਾਲ ਲੈ ਕੇ ਜਾ ਰਹੇ ਨੇ। ਇਸ ਕਰਕੇ ਜਦੋਂ ਨਗਰ ਦੇ ਲੋਕਾਂ ਨੇ ਇਹ ਸਾਰਾ ਵਾਕਿਆਤ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਮਲਕ ਭਾਗੋ ਆਪਣੇ ਘਰ ਬੁਲਾ ਰਿਹਾ ਹੈ, ਧਾਏ ਤਾਏ ਤਹੇਰ ਨੇ ਸਾਰੇ ਭੱਜ ਕੇ ਵੇਖਣ ਜਾਂਦੇ ਨੇ। ਸੰਗ ਚਲੇ ਸਬਜਾਏ ਤੇ ਨਾਲ ਹੀ ਮਗਰ ਮਗਰ ਸਾਰੇ ਤੁਰ ਪੈਂਦੇ ਹਨ। ਚੌਪਈ ਜਾਏ ਮਲਕ ਟਿਗ ਬਚਨ ਅਲਾਇਓ, ਅਬ ਨਾਨਕ ਤੁਮਰੇ ਪਹਿ ਆਇਓ। ਤੇ ਜਦੋਂ ਹੁਣ ਗੁਰੂ ਨਾਨਕ ਸਾਹਿਬ ਜੀ ਪਹੁੰਚਦੇ ਨੇ ਮਲਕ ਭਾਗੋ ਦੇ ਘਰ, ਤੇ ਬ੍ਰਾਹਮਣ ਜਾ ਕੇ ਅੰਦਰ ਮਲਕ ਭਾਗੋ ਬੈਠਾ ਹੈ ਉਹਦੇ ਕੋਲ ਜਾ ਕੇ ਆਖਦਾ ਹੈ, ਤੇ ਜਾ ਕੇ ਕਹਿੰਦਾ ਹੈ ਅਬ ਨਾਨਕ ਤੁਮਰੇ ਪੈ ਆਇਓ। ਕਹਿੰਦਾ ਮਲਕ ਭਾਗੋ ਜੀ ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਤੁਹਾਡੇ ਘਰ ਲੈ ਕੇ ਆ ਗਿਆ ਹਾਂ ਜੀ। ਮਲਕ ਕਹੈ ਆਨੋ ਮਮ ਪਾਸਾ, ਸ੍ਰੀ ਗੁਰ ਅੰਤਰ ਗਏ ਅਵਾਸਾ। ਤੇ ਮਲਕ ਭਾਗੋ ਕਹਿੰਦਾ ਹੈ ਆਨੋ ਮਮ ਪਾਸਾ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਕੋਲ ਲੈ ਕੇ ਆਵੋ। ਸ੍ਰੀ ਗੁਰ ਅੰਤਰ ਗਏ ਅਵਾਸਾ, ਤੇ ਜਦੋਂ ਬ੍ਰਾਹਮਣ ਨੇ ਜਾ ਕੇ ਆਖਿਆ ਵੀ ਬਾਹਰ ਗੁਰੂ ਨਾਨਕ ਸਾਹਿਬ ਜੀ ਖੜੇ ਸਨ ਵੀ ਤੁਹਾਨੂੰ ਅੰਦਰ ਮਲਕ ਭਾਗੋ ਸੱਦ ਰਿਹਾ ਹੈ ਜੀ। ਕਹਿਓ ਜਾਏ ਮੁਝ ਕਿਉਂ ਬੁਲਵਾਇਓ, ਬਾਰ ਬਾਰ ਨਿਜ ਮਨ ਜੋ ਪਠਾਇਓ। ਹੁਣ ਸਤਿਗੁਰੂ ਜੀ ਜਦੋਂ ਪਹੁੰਚਦੇ ਮਲਕ ਭਾਗੋ ਕੋਲ ਜਾ ਕੇ ਕਹਿੰਦੇ ਨੇ ਕਹਿਓ ਜਾਏ ਮੁਝ ਕਿਉਂ ਬੁਲਵਾਇਓ, ਤੇ ਜਾ ਕੇ ਸਤਿਗੁਰੂ ਜੀ ਮਲਕ ਭਾਗੋ ਨੂੰ ਆਖਦੇ ਨੇ ਭਾਈ ਮੈਨੂੰ ਕਿਉਂ ਸੱਦਿਆ ਹੈ। ਜਦੋਂ ਮੈਂ ਮਨਾ ਕੀਤਾ ਸੀ ਵੀ ਮੈਂ ਨਹੀਂ ਆਉਣਾ, ਫਿਰ ਤੁਸੀਂ ਵਾਰ-ਵਾਰ ਭੇਜ ਕੇ ਮਨੁੱਖ ਮੈਨੂੰ ਕਿਉਂ ਸੱਦਿਆ ਹੈ। ਕੌਣ ਕਾਜ ਤੇਰੋ ਮਮ ਸੰਗਾ, ਤੁਹਾਡਾ ਮੇਰੇ ਨਾਲ ਕੀ ਕੋਈ ਕੰਮ ਹੈ ਜੀ। ਕੌਣ ਕਾਜ ਤੇਰੋ ਮਮ ਸੰਗਾ, ਭੇਜੈ ਆਇਸ ਹੋਏ ਨਿਸੰਗਾ। ਤੇ ਕਿਹੜਾ ਕੰਮ ਇਹੋ ਜਿਹਾ ਪੈ ਗਿਆ ਭਾਈ ਤੈਨੂੰ ਮੇਰੇ ਨਾਲ, ਜੋ ਤੂੰ ਵਾਰ-ਵਾਰ ਭੇਜ ਰਿਹਾ ਸੈਂ। ਮਨਾ ਕੀਤਾ ਸੀ ਤਾਂ ਵੀ ਵਾਰ-ਵਾਰ ਇਸ ਬ੍ਰਾਹਮਣ ਨੂੰ ਭੇਜ ਕੇ ਸੱਦ ਰਹੇ ਸੀ। ਸੁਣ ਕਰ ਭਾਗੋ ਬਚਨ ਅਲਾਇਓ, ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਹੁਣ ਸਤਿਗੁਰ ਜੀ ਦੇ ਬਚਨ ਸੁਣ ਕੇ ਮਲਕ ਭਾਗੋ ਕਹਿੰਦਾ ਹੈ ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਤੁਹਾਨੂੰ ਜਦੋਂ ਵਾਰ-ਵਾਰ ਸੱਦਾ ਦਿੱਤਾ ਗਿਆ ਸੀ, ਫਿਰ ਵੀ ਤੁਸੀਂ ਮੇਰੇ ਘਰ ਬ੍ਰਹਮ ਭੋਜ ਤੇ ਕਿਉਂ ਨਹੀਂ ਆਏ। ਦਿਜਨੈ ਤੁਜੈ ਅਮੰਤੂ ਦੀਨੋ, ਆਨ ਆਹਾਰ ਨ ਖਾਵਨ ਕੀਨੋ। ਨਾਲੇ ਇਹ ਵੀ ਦੱਸੋ ਕਿ ਇਸ ਬ੍ਰਾਹਮਣ ਨੇ ਜਿਹਨੂੰ ਮੈਂ ਸਾਰਿਆਂ ਨੂੰ ਨਿਮੰਤਰਣ ਦੇਣ ਵਾਸਤੇ ਉਚੇਚਾ ਘੱਲਿਆ ਸੀ ਨਗਰ ਵਿੱਚ, ਇਸ ਨੇ ਤੁਹਾਨੂੰ ਵੀ ਸੱਦਾ ਦਿੱਤਾ ਹੈ ਨਾ। ਜੇ ਤੁਹਾਨੂੰ ਇਸ ਨੇ ਨਿਉਂਦਾ ਦਿੱਤਾ ਸੀ ਆਉਣ ਵਾਸਤੇ, ਫਿਰ ਤੁਸੀਂ ਬ੍ਰਹਮ ਭੋਜ ਵਿੱਚ ਆਹਾਰ ਛਕਣ ਲਈ ਕਿਉਂ ਨਹੀਂ ਆਏ। ਬ੍ਰਹਮ ਭੋਜ ਮੈਂ ਦੋਖੂ ਕਵਨਾ, ਜਿਹ ਪਿਖ ਨਹਿ ਆਵਾ ਮੁਝ ਭਵਨਾ। ਤੇ ਦੱਸੋ ਵੀ ਤੁਹਾਨੂੰ ਇਸ ਬ੍ਰਹਮ ਭੋਜ ਵਿੱਚ ਕੀ ਕਮੀ ਲੱਗਦੀ ਹੈ। ਕੀ ਤੁਹਾਨੂੰ ਕਮੀ ਲੱਗਦੀ ਹੈ। ਜਿਹ ਪਿਖ ਨਹਿ ਆਵਾ ਮੁਝ ਭਵਨਾ, ਕਿਹੜੀ ਕਮੀ ਲੱਗੀ ਜਿਹਨੂੰ ਵੇਖ ਕੇ ਤੁਸੀਂ ਮੇਰੇ ਘਰ ਬ੍ਰਹਮ ਭੋਜ ਨਹੀਂ ਛਕਣ ਆਏ। ਹਮ ਫਕੀਰ ਸਭ ਤੇ ਸੁਬਿਦਾਵੈ, ਜਹ ਗੁਜਰੈ ਤਹ ਹੀ ਗੁਜਰਾਵੈ। ਹੁਣ ਸਤਿਗੁਰ ਜੀ ਮਲਕ ਭਾਗੋ ਦੀ ਗੱਲ ਸੁਣ ਕੇ ਆਖਦੇ ਨੇ ਕਿ ਭਾਈ ਹਮ ਫਕੀਰ ਸਭ ਤੇ ਸੁਬਿਦਾਵੈ। ਸਤਿਗੁਰ ਜੀ ਆਖਦੇ ਭਾਈ ਅਸੀਂ ਫਕੀਰ ਹਾਂ, ਸਾਡਾ ਕਿਸੇ ਨਾਲ ਕੋਈ ਦਾਵਾ ਨਹੀਂ ਹੈ। ਜਹ ਗੁਜਰੈ ਤਹ ਹੀ ਗੁਜਰਾਵੈ, ਜਿੱਥੇ ਜਿਸ ਤਰ੍ਹਾਂ ਦੀ ਗੁਜ਼ਰ ਜਾਵੇ ਅਸੀਂ ਉਸੇ ਤਰ੍ਹਾਂ ਗੁਜ਼ਾਰ ਲੈਨੇ ਆ। ਜੋ ਕੁਝ ਕਿਸੇ ਪਾਸੋਂ ਕੁਝ ਮਿਲ ਜਾਵੇ ਭਾਈ ਉਹੀ ਉਸ ਪਰਮਾਤਮਾ ਦਾ ਸ਼ੁਕਰ ਕਹਿ ਕੇ ਛਕ ਲੈਨੇ ਆ ਜੀ। ਦੋਹਰਾ ਜਹਾਂ ਬਨੀ ਅਚਵੀ ਤਹੀਂ, ਲਾਲਚ ਅਚਵਨ ਨਾਹੀ। ਸਤਿਗੁਰੂ ਜੀ ਕਹਿੰਦੇ ਜਿੱਥੇ ਜੋ ਕੁਝ ਵੀ ਬਣਿਆ ਹੁੰਦਾ ਹੈ ਅਸੀਂ ਉਹ ਛਕ ਲੈਨੇ ਆ। ਸਾਨੂੰ ਕੋਈ ਉਚੇਚੇ ਪਦਾਰਥ ਛਕਣ ਦਾ ਕੋਈ ਲਾਲਚ ਨਹੀਂ ਹੈ ਸਾਡੇ ਮਨ ਦੇ ਵਿੱਚ। ਜੋ ਕੁਝ ਜਿਹੋ ਜਿਹਾ ਵੀ ਦੇ ਦਿੰਦਾ ਹੈ
ਉਹੋ ਜਾਹੀ ਭੋਜਨ ਛਕ ਲੈਨੇ ਹਾਂ ਜੀ। ਜੈਸੇ ਦੇਵਹਿ ਆਨ ਕੋ ਉਰ ਕਰ ਹਰਖ ਤੇ ਸੁਖਾਹੇ। ਸਾਹਿਬ ਜੀ ਕਹਿੰਦੇ ਜੈਸੇ ਦੇਵੇ ਆਨ ਕੋ, ਜਿਹੋ ਜਿਹਾ ਕੋਈ ਲਿਆ ਕੇ ਦੇ ਦਿੰਦਾ ਹੈ, ਖੁਸ਼ ਹੋ ਕੇ ਉਸ ਮਾਲਕ ਦਾ ਸ਼ੁਕਰ ਕਰਦੇ ਹੋਏ ਉਹਦੀ ਰਜ਼ਾ ਦੇ ਵਿੱਚ ਉਸੇ ਆਹਾਰ ਨੂੰ ਛਕਣਾ ਕਰਦੇ ਹਾਂ ਜੀ। ਚੌਪਈ ਸੁਨ ਕਰ ਮਲਕ ਕਹੈ ਰਿਸ ਬੈਨਾ, ਭਾ ਵਿਪਰੀਤ ਹਿਰਦੇ ਤੁਜ ਪਹਿਨਾ। ਹੁਣ ਸਤਿਗੁਰ ਜੀ ਦੇ ਇਹ ਬਚਨ ਸੁਣ ਕੇ ਮਲਕ ਭਾਗੋ ਆਪਣੇ ਮਨ ਵਿੱਚ ਬਹੁਤ ਖਿਝਦਾ ਹੈ, ਗੁੱਸਾ ਕਰਦਾ ਹੈ। ਭਾ ਵਿਪਰੀਤ ਕਹਿੰਦਾ ਵੀ ਤੁਸੀਂ ਤੇ ਪੁੱਠੀ ਰੀਤ ਤੋੜ ਦਿੱਤੀ ਹੈ। ਭਾ ਵਿਪਰੀਤ ਹਿਰਦੇ ਤੁਝ ਭੈ ਨਾ, ਕਹਿੰਦਾ ਭਾਈ ਤੁਸੀਂ ਸੰਸਾਰਕ ਰੀਤ ਤੋਂ ਉਲਟ ਹੋ ਕੇ ਚੱਲ ਰਹੇ ਹੋ, ਤੁਹਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੈ ਡਰ ਨਹੀਂ ਹੈ ਜੀ। ਸੁਨੀ ਹਮੈ ਤਵ ਖਤਰੀ ਜਾਤਾ, ਸ਼ੂਦਰਨ ਸਦਨ ਅਸਨ ਨਿਤ ਖਾਤਾ। ਤੇ ਆਖਦਾ ਸਤਿਗੁਰ ਜੀ ਨੂੰ ਕਿ ਸੁਣਿਆ ਹੈ ਕਿ ਤੁਹਾਡੀ ਜਾਤ ਖੱਤਰੀ ਹੈ, ਤੁਸੀਂ ਖੱਤਰੀ ਜਾਤ ਕੁਲ ਦੇ, ਬੇਦੀ ਕੁਲ ਦੇ ਖੱਤਰੀ ਹੋ। ਸ਼ੂਦਰਨ ਸਦਨ ਅਸਨ ਨਿਤ ਖਾਤਾ ਹੈ, ਤੁਸੀਂ ਖੱਤਰੀ ਉੱਚੀ ਜਾਤ ਦੇ ਹੋ। ਹੁਣ ਮਲਕ ਭਾਗੋ ਵੀ ਖੱਤਰੀ ਹੈ, ਕਹਿੰਦਾ ਵੀ ਹੈ ਤੁਸੀਂ ਵੀ ਖੱਤਰੀ ਹੋ, ਪਰ ਇੱਕ ਸ਼ੂਦਰ ਭਾਈ ਲਾਲੋ ਤਰਖਾਣ ਜੋ ਵਰਣ ਵੰਡ ਦੇ ਮੁਤਾਬਕ ਸ਼ੂਦਰ ਹਨ, ਕਿ ਸ਼ੂਦਰ ਦੇ ਘਰ ਰਹਿੰਦੇ ਹੋ ਤੇ ਨਿਤ ਉਸ ਸ਼ੂਦਰ ਦੇ ਘਰ ਹੀ ਭੋਜਨ ਛਕਦੇ ਹੋ ਜੀ। ਤਪਾ ਰਖਾਇਓ ਆਖੈ ਤੋਹੀ, ਦੇਖਤ ਹੀ ਰਸ ਉਪਜੈ ਮੋਹੀ। ਤੇ ਆਖਦਾ ਵੀ ਤੁਸੀਂ ਗੁਰੂ ਨਾਨਕ ਤਪਾ ਅਖਵਾਨੇ ਹੋ, ਦੇਖਤ ਹੀ ਰਿਸ ਉਪਜੈ ਮੋਹੀ। ਤੇ ਤੁਹਾਡੇ ਇਸ ਸੁਭਾਅ ਦੇ ਕਰਕੇ ਤੁਹਾਨੂੰ ਵੇਖਦਿਆਂ ਹੀ ਮਲਕ ਭਾਗੋ ਕਹਿੰਦਾ ਹੈ ਕਿ ਮੇਰੇ ਹਿਰਦੇ ਦੇ ਵਿੱਚ ਰਿਸ ਉਪਜੈ, ਬਹੁਤ ਹੀ ਗੁੱਸਾ ਕ੍ਰੋਧ ਚੜ ਜਾਂਦਾ ਹੈ। ਬ੍ਰਹਮ ਭੋਜ ਕੋ ਨਾਮ ਰਖੇਈ, ਅੰਨ ਪਾਕ ਕਰ ਨੀਚ ਅਚੇਈ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਬ੍ਰਹਮ ਭੋਜ ਕੋ ਨਾਮ ਰਖੇਈ, ਭਾਈ ਤੂੰ ਇਸ ਜੋ ਇਹ ਛਕਾਰਿਆ ਹੈ ਨਾਮ, ਤੇ ਭਾਈ ਤੂੰ ਉਹਦਾ ਬ੍ਰਹਮ ਭੋਜ ਰੱਖਿਆ ਹੋਇਆ ਹੈ। ਅੰਨ ਪਾਕ ਕਰ ਨੀਚ ਅਚੇਈ, ਤੇ ਕਹਿੰਦਾ ਹੈ ਕਿ ਮੈਂ ਤੇ ਜਿਹੜਾ ਲੰਗਰ ਕੀਤਾ ਹੈ, ਜੋ ਇਹ ਭੋਜਨ ਕੀਤਾ ਹੈ, ਬ੍ਰਹਮ ਭੋਜ ਦਾ ਨਾਮ ਰੱਖਿਆ ਹੈ, ਪਰ ਤੁਸੀਂ ਤਾਂ ਜੋ ਛਕ ਰਹੇ ਹੋ ਇੱਕ ਸ਼ੂਦਰ ਦੇ ਘਰ ਭੋਜਨ ਛਕਦੇ ਹੋ ਜੀ। ਰਹੇ ਬੁਲਾਏ ਨ ਹਮ ਕਰ ਆਵਾ, ਕਿਹ ਕੋ ਕਹਿਨ ਨ ਮਨ ਮੈਂ ਲਿਆਵਾ। ਤੇ ਮਲਕ ਭਾਗੋ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਹਾਨੂੰ ਬਹੁਤ ਵਾਰ ਸੱਦਾ ਭੇਜਿਆ, ਰਹੇ ਬੁਲਾਏ ਨਾ ਹਮ ਘਰ ਆਵਾ, ਤੁਸੀਂ ਫਿਰ ਵੀ ਵਾਰ-ਵਾਰ ਕਹਿਣ ਤੇ ਵੀ ਮੇਰੇ ਘਰ ਬ੍ਰਹਮ ਭੋਜ ਤੇ ਨਹੀਂ ਆਏ। ਕਿ ਕੋ ਕਹਿਰ ਨਾ ਮਨ ਮਹਿਲ ਲਿਆਵਾ, ਕੋਈ ਵੀ ਵਿਚਾਰ ਤੁਸੀਂ ਕਿਸੇ ਤਰ੍ਹਾਂ ਦੀ ਇਸ ਬਾਬਤ ਆਪਣੇ ਮਨ ਵਿੱਚ ਨਹੀਂ ਲਿਆਏ ਜੀ। ਦਿਜ ਖਤਰੀ ਬੈਸਨ ਸਭ ਖਾਇਓ, ਸੋ ਨਹਿ ਇਹ ਕੇ ਹਿਰਦੇ ਪਾਇਓ। ਤੇ ਕਹਿੰਦਾ ਵੀ ਸਤਿਗੁਰ ਜੀ ਇੱਥੇ ਤਾਂ ਬ੍ਰਹਮ ਭੋਜ ਦੇ ਵਿੱਚ ਹਰ ਇੱਕ ਵਰਣ ਦਾ ਮਨੁੱਖ ਆਇਆ ਹੈ, ਇੱਥੇ ਬ੍ਰਾਹਮਣ ਵੀ ਛਕ ਰਹੇ ਨੇ ਬ੍ਰਹਮ ਭੋਜ ਵਿੱਚ, ਖੱਤਰੀ ਵੀ ਸਾਰੇ ਬਹਿ ਕੇ ਛਕ ਰਹੇ ਹਨ। ਤੇ ਆਖਦੇ ਨੇ ਸੋ ਨਹਿ ਇਹ ਕੇ ਹਿਰਦੇ ਭਾਇਓ, ਕਹਿੰਦੇ ਵੀ ਸਾਰਿਆਂ ਨੂੰ ਤੇ ਬ੍ਰਹਮ ਭੋਜ ਬਹੁਤ ਵਧੀਆ ਲੱਗ ਰਿਹਾ ਹੈ, ਸਾਰੇ ਬੜੇ ਚਾਅ ਨਾਲ ਪਕਵਾਨ ਤਿਆਰ ਕੀਤੇ ਛਕ ਰਹੇ ਹਨ, ਪਰ ਤੁਹਾਡੇ ਮਨ ਦੇ ਵਿੱਚ ਇਸ ਬ੍ਰਹਮ ਭੋਜ ਦੇ ਪ੍ਰਤੀ ਕੋਈ ਵਿਚਾਰ ਹੀ ਨਹੀਂ ਹੈ। ਤੁਸੀਂ ਆਪਣੇ ਮਨ ਵਿੱਚ ਇਸ ਦੇ ਬਾਬਤ ਕੋਈ ਵਿਚਾਰ ਨਹੀਂ ਲਿਆਏ ਜੀ। ਦੋਹਰਾ ਸੁਨ ਸ਼ੋਰਨ ਕੀ ਸ੍ਰੀ ਗੁਰੂ, ਪਨੈ ਆਨੋ ਅਬਹਿ ਆਹਾਰ। ਤਾਂ ਇਸ ਪ੍ਰਕਾਰ ਜਦੋਂ ਮਲਕ ਭਾਗੋ ਦੀ ਇਹ ਸਾਰੀ ਗੱਲ ਗੁਰੂ ਨਾਨਕ ਸਾਹਿਬ ਜੀ ਸੁਣਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਮਲਕ ਭਾਗੋ ਇੰਜ ਕਰ, ਜੋ ਤੂੰ ਬ੍ਰਹਮ ਭੋਜ ਤਿਆਰ ਕੀਤਾ ਹੈ ਨਾ, ਉਹਦੇ ਵਿੱਚੋਂ ਜਿਹੜੇ ਜਿਹੜੇ ਪਕਵਾਨ ਤੂੰ ਤਿਆਰ ਕੀਤੇ ਉਹ ਲੈ ਕੇ ਆ। ਬ੍ਰਹਮ ਭੋਜ ਮੈਂ ਜੋ ਕਰਿਓ, ਜੋ ਕੁਝ ਵੀ ਬ੍ਰਹਮ ਭੋਜ ਵਿੱਚ ਬਣਾਇਆ ਹੈ, ਉਹ ਸਾਰਾ ਕੁਝ ਹੁਣੇ ਇੱਥੇ ਹੀ ਲੈ ਕੇ ਆਵੋ ਜੀ। ਚੌਪਈ ਤੇ ਸੋ ਕਹਿਲਾ ਲੋ ਸੋ ਪਾਖਾ, ਆਨੋ ਅਸਨ ਹੋਏ ਕੁਛ ਰਾਖਾ। ਉਧਰ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਨੂੰ ਆਖ ਦਿੱਤਾ, ਕਿਉਂਕਿ ਭਾਈ ਲਾਲੋ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜਾ ਰਿਹਾ ਸੀ, ਪਹੁੰਚਿਆ ਉੱਥੇ।
ਤੇ ਸਤਿਗੁਰੂ ਜੀ ਨੇ ਪਹਿਲਾਂ ਮਲਕ ਭਾਗੋ ਨੂੰ ਆਖਿਆ, ਭਾਈ ਤੇਰੇ ਬ੍ਰਹਮ ਭੋਜ ਵਿੱਚ ਜੋ ਕੁਝ ਤੂੰ ਬਣਵਾਇਆ ਹੈ ਲੈ ਕੇ ਆ। ਦੂਜੇ ਪਾਸੇ ਨਾਲ ਹੀ ਕਹਿ ਦਿੱਤਾ ਭਾਈ ਲਾਲੋ ਨੂੰ ਕਿ ਭਾਈ ਲਾਲੋ ਜੀ ਤੁਸੀਂ ਵੀ ਆਪਣੇ ਘਰ ਜਾਵੋ ਤੇ ਜੋ ਕੁਝ ਅਨਾਜ ਦਾ, ਕੁਝ ਪ੍ਰਸ਼ਾਦਾ, ਕੋਈ ਟੁਕੜ ਬਣਿਆ ਹੈ ਉਹ ਲੈ ਕੇ ਆਵੋ ਜੀ। ਲਾਲੋ ਨਿਜ ਕਰ ਆਵਾ ਦੌਰਾ ਲੀਨ ਕੋਦਰੇ ਕੋ ਟੁਕ ਟੋਰਾ। ਤੇ ਸਤਿਗੁਰੂ ਜੀ ਦੇ ਬਚਨ ਸੁਣਦੇ ਆਗਿਆ ਸਤਿਗੁਰੂ ਜੀ ਦੀ ਲੈ ਕੇ ਉਸੇ ਵੇਲੇ ਹੀ ਭਾਈ ਲਾਲੋ ਜੀ ਭੱਜਦੇ ਹੋਏ ਆਪਣੇ ਘਰ ਆਉਂਦੇ ਨੇ, ਦੌੜ ਕੇ ਘਰ ਆਉਂਦੇ ਹਨ ਤੇ ਆ ਕੇ ਵੇਖਦੇ ਨੇ ਕਿ ਚੰਗੇਰ ਦੇ ਵਿੱਚ ਜਿੱਥੇ ਪ੍ਰਸ਼ਾਦੇ ਰੱਖੀਦੇ ਨੇ ਉਹਦੇ ਵਿੱਚ ਕੋਦਰੇ ਦੀ ਰੋਟੀ ਦਾ ਇੱਕ ਟੁਕੜ ਪਿਆ ਸੀ। ਉਹ ਲੈ ਕੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸੱਦਿਆ ਹੈ ਉਸ ਪਾਸੇ ਨੂੰ ਤੁਰ ਪੈਂਦੇ ਹਨ ਜੀ। ਮਲਕ ਅਸਨ ਸਨ ਗਦ ਮੰਗਵਾਵਾ ਬ੍ਰਹਮ ਭੋਜ ਮਹਿ ਜੋ ਕਰਵਾਵਾ। ਉਧਰ ਮਲਕ ਭਾਗੋ ਨੂੰ ਥੋੜਾ ਚਾਅ ਜਿਹਾ ਚੜ ਜਾਂਦਾ ਹੈ। ਉਹਨੂੰ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮ ਭੋਜ ਵਿੱਚੋਂ ਪਕਵਾਨ ਜੋ ਤਿਆਰ ਕੀਤੇ ਉਹ ਮੰਗਵਾਏ ਨੇ ਤੇ ਹੁਣੇ ਛਕਣਗੇ। ਇਸ ਕਰਕੇ ਬੜੇ ਚਾਅ ਦੇ ਨਾਲ ਜੋ ਕੁਝ ਤਿਆਰ ਕੀਤਾ ਸੀ ਉਹਨੇ ਕਰਵਾਇਆ ਸੀ ਉਹ ਸਾਰਾ ਕੁਝ ਹੀ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਮੰਗਵਾਇਆ ਹੈ ਜੀ। ਪੂਪ ਪੂਰ ਕਾ ਬਹੁਰ ਤਿਹਾਵਲ ਬਿਬਦ ਆਹਾਰ ਮੰਗਾਏ ਉਤਾਵਲ। ਤੇ ਇਸ ਪ੍ਰਕਾਰ ਬ੍ਰਹਮ ਭੋਜ ਵਿੱਚ ਜੋ ਪਕਵਾਨ ਬਣਵਾਏ ਸਨ ਜਿਹਦੇ ਵਿੱਚ ਪੂੜੀਆਂ, ਮਾਲ ਪੂੜੇ, ਜੋ ਕੜਾ ਪ੍ਰਸ਼ਾਦ ਇਤਿਆਦਿਕ ਸੀ, ਸਭ ਕੁਝ ਵਿਵਿਧ ਆਹਾਰ ਮੰਗਾਏ ਉਤਾਵਲ, ਬੜੇ ਉਤਾਵਲੇ ਹੋ ਕੇ ਬੜੇ ਚਾਅ ਦੇ ਨਾਲ ਮੰਗਾ ਰਿਹਾ ਹੈ ਮਲਕ ਭਾਗੋ। ਉਹਨੂੰ ਇਉਂ ਲੱਗਾ ਕਿ ਸਤਿਗੁਰੂ ਜੀ ਨੇ ਮੰਗਵਾਇਆ ਹੈ ਤੇ ਹੁਣ ਛਕਣਗੇ ਵੀ। ਇਸ ਕਰਕੇ ਬੜੇ ਚਾਅ ਦੇ ਨਾਲ ਬ੍ਰਹਮ ਭੋਜ ਦੇ ਵਿੱਚ ਜੋ ਕੁਝ ਉਹਨੇ ਮਾਲ ਪੂੜੇ, ਪੂੜੀਆਂ ਤੇ ਜੋ ਪ੍ਰਸ਼ਾਦ ਬਣਵਾਇਆ ਸੀ ਉਹ ਸਾਰਾ ਹੀ ਮੰਗਵਾਉਣਾ ਕੀਤਾ ਹੈ ਜੀ। ਆਗੇ ਸ਼੍ਰੀ ਨਾਨਕ ਕੇ ਰਾਖੇ ਖਾਹੋ ਚਾਹੋ ਸੋ ਇਉ ਮੁਖ ਭਾਖੇ। ਸਤਿਗੁਰੂ ਜੀ ਦੇ ਅੱਗੇ ਉਹਨੇ ਥਾਲੀ ਦੇ ਵਿੱਚ ਸਾਰੇ ਹੀ ਪਕਵਾਨ ਲਿਆ ਕੇ ਰੱਖ ਦਿੱਤੇ ਤੇ ਫਿਰ ਆਖਦਾ ਹੈ, ਸਤਿਗੁਰੂ ਜੀ ਜੋ ਛਕਣਾ ਚਾਹੁੰਦੇ ਹੋ ਛਕ ਲਵੋ ਜੀ। ਲਾਲੋ ਕੀ ਦਿਸ਼ ਦੇਖ ਦਿਆਲਾ ਲੀਨ ਕੋਦਰੇ ਟੁਕ ਤਤਕਾਲਾ। ਹੁਣ ਮਲਕ ਭਾਗੋ ਨੂੰ ਪਤਾ ਥੋੜੀ ਸੀ ਵੀ ਸਤਿਗੁਰੂ ਜੀ ਨੇ ਬ੍ਰਹਮ ਭੋਜ ਦੇ ਆਏ ਆਹਾਰ ਪਕਵਾਨ ਛਕਣੇ ਨੇ ਕਿ ਕੁਝ ਹੋਰ ਕੋਤਕ ਕਰਨਾ ਹੈ। ਉਹਨੇ ਤੇ ਅੱਗੇ ਟਕਾਰੇ ਤੇ ਰਖਾ ਤੇ ਸਤਿਗੁਰੂ ਜੀ ਦੇ। ਹੁਣ ਸਤਿਗੁਰੂ ਜੀ ਭਾਈ ਲਾਲੋ ਵੱਲ ਵੇਖਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ, ਲੀਨ ਕੋਦਰੇ ਟੁਕ ਤਤਕਾਲਾ। ਜਿਹੜਾ ਕੋਦਰੇ ਦੀ ਰੋਟੀ ਦਾ ਇੱਕ ਟੁਕੜ ਸੀ ਭਾਈ ਲਾਲੋ ਲਿਆਇਆ ਸੀ ਆਪਣੇ ਘਰ ਤੋਂ, ਸਤਿਗੁਰੂ ਜੀ ਨੇ ਉਸ ਪਾਸੋਂ ਉਹ ਲੈਣਾ ਕੀਤਾ ਹੈ ਜੀ। ਦੋਹਰਾ ਬਾਵੈ ਕਰ ਮਹਿ ਪੂਪ ਲੈ ਦਾਹਨ ਟੁਕਰਾ ਧਾਰ। ਤੇ ਬਾਵੇਂ ਕਰ ਕਹਿੰਦੇ ਹੱਥ ਨੂੰ, ਬਾਵੇਂ ਕਹਿੰਦੇ ਨੇ ਖੱਬਾ ਹੱਥ ਜਿਹੜਾ ਹੁੰਦਾ ਹੈ। ਹੁਣ ਖੱਬੇ ਹੱਥ ਦੇ ਵਿੱਚ ਕੂਪ ਲੈ, ਕੂਪ ਜਿਹੜੀਆਂ ਪੂੜੀਆਂ ਸਨ ਬ੍ਰਹਮ ਭੋਜ ਵਿੱਚ ਮਲਕ ਭਾਗੋ ਨੇ ਤਿਆਰ ਕਰਵਾਈਆਂ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਖੱਬੇ ਹੱਥ ਦੇ ਵਿੱਚ ਉਹ ਪੂੜੀਆਂ ਫੜ ਲੀਆਂ। ਲੈ ਦਾਹਨ, ਦਾਹਨ ਕਹਿੰਦੇ ਦਾਹਨਾ ਭਾਵ ਸੱਜਾ ਹੱਥ, ਤੇ ਸੱਜੇ ਹੱਥ ਦੇ ਵਿੱਚ ਸਤਿਗੁਰੂ ਜੀ ਨੇ ਮਲਕ ਭਾਗੋ ਦੇ ਜੋ ਘਰੋਂ ਲਿਆਇਆ ਸੀ ਉਹ ਕੋਦਰੇ ਦਾ ਟੁਕੜਾ ਉਸ ਨੂੰ ਆਪਣੇ ਸੱਜੇ ਹੱਥ ਦੇ ਵਿੱਚ ਫੜਨਾ ਕੀਤਾ ਹੈ ਜੀ। ਹਾਥ ਚਪੀੜੇ ਜੁਗਲ ਜਬ ਹੇਰਤ ਲੋਕ ਅਪਾਰ। ਹੁਣ ਸਤਿਗੁਰੂ ਜੀ ਨੇ ਜੁਗਲ ਕਹਿੰਦੇ ਦੋਵੇਂ, ਜਦੋਂ ਦੋਨੋਂ ਹੱਥਾਂ ਵਿੱਚ ਹੁਣ ਭੋਜਨ ਫੜਿਆ ਹੈ, ਖੱਬੇ ਹੱਥ ਵਿੱਚ ਪੂੜੀਆਂ ਨੇ ਜੋ ਬ੍ਰਹਮ ਭੋਜ ਵਿੱਚ ਤਿਆਰ ਕਰਵਾਈਆਂ ਨੇ ਮਲਕ ਭਾਗੋ ਨੇ, ਸੱਜੇ ਹੱਥ ਦੇ ਵਿੱਚ ਭਾਈ ਲਾਲੋ ਦੇ ਘਰ ਦੀ ਰੋਟੀ ਹੈ ਕੋਦਰੇ ਦੀ ਬਣੀ ਹੋਈ। ਤੇ ਸਤਿਗੁਰੂ ਜੀ ਨੇ ਦੋਨਾਂ ਨੂੰ ਫੜ ਕੇ ਜਦੋਂ ਜ਼ੋਰ ਦੇ ਨਾਲ ਇਹਨਾਂ ਨੂੰ ਝਪੀੜੇ ਕਹਿੰਦੇ ਨੇ, ਜਦੋਂ ਭੀਚਿਆ ਚੰਗੀ ਤਰ੍ਹਾਂ ਦੱਬਿਆ, ਕਹਿੰਦੇ ਨੇ ਤਬ ਹੇਰਤ ਲੋਕ ਅਪਾਰ। ਤੇ ਉੱਥੇ ਆਏ ਹੋਏ ਸਾਰੇ ਲੋਕ ਬੜੀ ਹੈਰਾਨੀ ਦੇ ਨਾਲ ਇਸ ਨੂੰ ਦੇਖਦੇ ਹਨ ਜੀ। ਚੌਪਈ ਦੂਹ ਹਾਥ ਤੇ ਨਿਕਸੀ ਧਾਰਾ ਬਹੁ ਲੋਕਨ ਕੀ ਸਭਾ ਮਝਾਰਾ। ਕਹਿੰਦੇ ਵੀ ਦੋਨਾਂ ਹੱਥਾਂ ਦੇ ਵਿੱਚੋਂ ਧਾਰ ਨਿਕਲੀ ਹੈ, ਦੂਹ ਹਾਥ ਤੇ ਨਿਕਸੀ ਧਾਰਾ ਬਹੁ ਲੋਕਨ ਕੀ ਸਭਾ ਮਝਾਰਾ।
ਲੋਕਾਂ ਦਾ ਉੱਥੇ ਬਹੁਤ ਇਕੱਠ ਲੱਗ ਚੁੱਕਿਆ ਸੀ। ਲੋਕ ਬਹੁਤ ਗਿਣਤੀ ਵਿੱਚ ਉੱਥੇ ਜੁੜ ਚੁੱਕੇ ਸਨ। ਇਸ ਸਾਰੀ ਲੋਕਾਂ ਦੀ ਲੱਗੀ ਹੋਈ ਸਭਾ ਦੇ ਵਿੱਚ ਇਸ ਪ੍ਰਕਾਰ ਸਤਿਗੁਰ ਜੀ ਜਦੋਂ ਦੋਨੋਂ ਹੱਥਾਂ ਨੂੰ ਜੋੜਦੀ ਨੱਪਦੇ ਹਨ ਤੇ ਦੋਨਾਂ ਵਿੱਚੋਂ ਹੀ ਧਾਰ ਚੌਂਦੀ ਹੈ ਜੀ। ਇਕ ਤੇ ਦੂਧ ਰਕਤ ਇਕ ਨਿਸਰੀ, ਗੰਗ ਸਰਸਤੀ ਸੇ ਤਹਿ ਪਸਰੀ। ਹੁਣ ਜਿਸ ਹੱਥ ਸੱਜੇ ਹੱਥ ਵਿੱਚ ਭਾਈ ਲਾਲੋ ਦੇ ਘਰ ਦੀ ਕੋਦਰੇ ਦੀ ਰੋਟੀ ਦਾ ਟੁਕੜ ਸੀ, ਉਹਦੇ ਵਿੱਚੋਂ ਕਹਿੰਦੇ ਨੇ ਦੁੱਧ ਨਿਕਲਦਾ ਹੈ। ਇੱਕ ਤੇ ਦੂਧ ਰਕਤ ਇੱਕ ਨਿਕਸੀ, ਤੇ ਦੂਜੇ ਹੱਥ ਵਿੱਚ ਜਿਸ ਹੱਥ ਖੱਬੇ ਵਿੱਚ ਮਲਕ ਭਾਗੋ ਦੇ ਘਰ ਵਿੱਚ ਬਣਿਆ ਬ੍ਰਹਮ ਭੋਜ ਸੀ, ਉਹਦੀ ਜੋ ਪੂੜੀਆਂ ਫੜੀਆਂ ਸਨ, ਉਹਦੇ ਵਿੱਚੋਂ ਕਹਿੰਦੇ ਨੇ ਲਹੂ ਦੀ ਧਾਰ ਨਿਕਲਦੀ ਹੈ ਜੀ। ਇਕ ਦਿਸ ਦੂਧ ਪਰਤ ਧਰ ਮਾਹੀ, ਇਕ ਦਿਸ ਸ਼੍ਰੋਣਤ ਨਿਚਰਤ ਤਾਹੀ। ਇੱਕ ਪਾਸੋਂ ਕਹਿੰਦੇ ਦੁੱਧ ਦੀਆਂ ਧਾਰਾਂ ਨਿਕਲ ਰਹੀਆਂ ਨੇ, ਦੂਜੇ ਪਾਸੋਂ ਕਹਿੰਦੇ ਹਨ ਜਿਹੜਾ ਜਿਸ ਹੱਥ ਵਿੱਚ ਬ੍ਰਹਮ ਭੋਜ ਦੀਆਂ ਪੂੜੀਆਂ ਸਨ, ਉਸ ਵਿੱਚੋਂ ਰਕਤ ਚੋ ਰਿਹਾ ਹੈ ਜੀ। ਹਾਥ ਚਪੀੜੈ ਸ੍ਰੀ ਗੁਰ ਜਿਉ ਜਿਉ ਨਿਕਸੈ, ਤਿਨ ਤੇ ਅਦ ਕਹਿ ਤਿਉ ਤਿਉ। ਹੁਣ ਜਿਉਂ-ਜਿਉਂ ਸਤਿਗੁਰ ਜੀ ਇਹ ਕੋਤਕ ਵਰਤਾ ਰਹੇ ਨੇ, ਹੱਥ ਨੂੰ ਜਿਉਂ-ਜਿਉਂ ਘੁੱਟਦੇ ਹਨ, ਨੱਪਦੇ ਹਨ, ਤਿਵੇਂ-ਤਿਵੇਂ ਕਹਿੰਦੇ ਦੋਨਾਂ ਹੱਥਾਂ ਵਿੱਚੋਂ ਭੋਜਨ ਫੜਿਆ ਹੈ। ਖੱਬੇ ਹੱਥ ਵਿੱਚ ਪੂੜੀਆਂ ਤੇ ਉਹਦੇ ਵਿੱਚੋਂ ਖੂਨ ਚੋਰਿਆ ਹੈ, ਸੱਜੇ ਹੱਥ ਵਿੱਚ ਜੋ ਕੋਦਰੇ ਦੀ ਰੋਟੀ ਦਾ ਟੁਕੜ ਹੈ, ਉਹਦੇ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਹੈ ਜੀ। ਚੱਕਰਤ ਪਹੇ ਸਭਾ ਨਰ ਸਾਰੇ, ਇਹ ਅਚਰਜ ਕਬ ਨਹੀਂ ਨਿਹਾਰੇ। ਹੁਣ ਜਿਹੜੇ ਲੋਕ ਉੱਥੇ ਇਕੱਠੇ ਹੋਏ ਸਨ, ਸਾਰੇ ਵੇਖ ਕੇ ਬੜੇ ਹੈਰਾਨ ਹੁੰਦੇ ਨੇ। ਚੱਕਰਤ ਭਏ ਸਭਾ ਨਰ ਸਾਰੇ, ਸਭਾ ਵਿੱਚ ਆਏ ਹੋਏ ਨਗਰ ਦੇ ਸਾਰੇ ਲੋਕ ਇਸ ਕੋਤਕ ਨੂੰ ਵੇਖ ਕੇ ਬੜੇ ਹੈਰਾਨ ਹੋ ਰਹੇ ਹਨ। ਇਹ ਅਚਰਜ ਕਬ ਨਹੀਂ ਨਿਹਾਰੇ, ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਭਾਈ ਅੱਜ ਤੋਂ ਪਹਿਲਾਂ ਇਹੋ ਜਿਹਾ ਕੋਈ ਕੌਤਕ ਅਸਾਂ ਨਹੀਂ ਵੇਖਿਆ। ਅਸਨ ਵਿਖੈ ਤੇ ਰਕਤ ਨਿਕਾਸਾ, ਕੀਨੋ ਇਕ ਤੇ ਦੂਧ ਪ੍ਰਕਾਸ਼ਾ। ਤੇ ਇਸ ਪ੍ਰਕਾਰ ਕਹਿੰਦੇ ਵੀ ਅਸਨ ਵਿਖੈ ਤੇ ਰਕਤ ਨਿਕਾਸਾ, ਇਸ ਤਰ੍ਹਾਂ ਜਿਹੜਾ ਬ੍ਰਹਮ ਭੋਜ ਵਾਲਾ ਪਕਵਾਨ ਸੀ ਉਹਦੇ ਵਿੱਚੋਂ ਰਕਤ ਨਿਕਲਿਆ ਸੀ। ਕੀਨੋ ਇੱਕ ਤੇ ਦੂਧ ਪ੍ਰਕਾਸ਼ਾ, ਦੂਜੇ ਹੱਥ ਸੱਜੇ ਹੱਥ ਵਿੱਚ ਜੋ ਮਲਕ ਭਾਗੋ ਦੇ ਘਰ ਦੀ ਕੋਦਰੇ ਦੀ ਰੋਟੀ ਦਾ ਟੁਕੜ ਸੀ, ਉਸ ਵਿੱਚੋਂ ਦੁੱਧ ਦਾ ਪ੍ਰਕਾਸ਼ ਹੋਇਆ ਹੈ ਜੀ। ਦੋਹਰਾ ਪੀਰ ਪੂਰ ਪਹੁ ਨੰਗ ਭਰਿਓ, ਹੇਰਤ ਚਰਜ ਬਾਤ। ਤੇ ਕਹਿੰਦੇ ਇਸ ਪ੍ਰਕਾਰ ਭੀਰ ਭੂਰ ਭੌਨ ਭਰਿਓ, ਉੱਥੇ ਬਹੁਤ ਜਿਹੜੀ ਭੀੜ ਇਕੱਠੀ ਹੋਈ ਸੀ। ਹੇਰਤ ਅਚਰਜ ਬਾਤ, ਹੈਰਾਨ ਹੋ ਕੇ ਇੱਕ ਦੂਜੇ ਨਾਲ ਇਸ ਕੋਤਕ ਦੇ ਪਰਥਾਏ ਗੱਲਾਂ ਕਰਦੇ ਨੇ। ਕਹਿੰਦੇ ਕੋਬਿਦ ਸਮਝ ਨਾ ਆਵਈ, ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗ ਰਹੀ, ਇਹ ਹੋ ਕੀ ਗਿਆ ਹੈ। ਦੀਸਤ ਹੈ ਬਖਿਆਤ, ਜੋ ਦਿਸ ਰਿਹਾ ਹੈ ਉਹ ਸਾਹਮਣੇ ਹੈ ਜੀ। ਚੌਪਈ ਸ੍ਰੀ ਗੁਰ ਧਰਮ ਮੂਲ ਸੋ ਸਾਨੀ, ਬੋਲੇ ਪਰਮ ਮਨੋਹਰ ਬਾਨੀ। ਇਸ ਪ੍ਰਕਾਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰ ਧਰਮ ਮੂਲ ਸੋ ਸਾਨੀ, ਧਰਮ ਦੇ ਮੂਲ ਸਤਿਗੁਰ ਜੀ ਜਿਨ੍ਹਾਂ ਨੇ ਧਰਮ ਨੂੰ ਧਾਰਨ ਕੀਤਾ ਹੈ, ਬੋਲੇ ਪਰਮ ਮਨੋਹਰ ਬਾਣੀ। ਤੇ ਸਤਿਗੁਰ ਜੀ ਇਸ ਕੌਤਕ ਨੂੰ ਕਰਨ ਤੋਂ ਬਾਅਦ ਆਏ ਹੋਏ ਸਾਰੇ ਲੋਕਾਂ ਦੇ ਵਿੱਚ ਮਲਕ ਭਾਗੋ ਦੇ ਪ੍ਰਤੀ ਕੁਝ ਬਚਨ ਆਖਦੇ ਹਨ ਜੀ। ਬਹੁਤ ਨਰਨ ਕੋ ਸ਼੍ਰੋਣਤ ਲੀਨਾ, ਤੇ ਕੋ ਬ੍ਰਹਮ ਭੋਜ ਤੈ ਕੀਨਾ। ਤੇ ਹੁਣ ਸਤਿਗੁਰ ਜੀ ਆਖਦੇ ਇਸ ਕੋਤਕ ਦੇ ਵਰਤਾਉਣ ਤੋਂ ਬਾਅਦ ਕਹਿੰਦੇ ਨੇ ਬਹੁਤ ਨਰਨ ਕੋ ਸ਼੍ਰੋਣਤ ਲੀਨਾ। ਤੇ ਸਾਹਿਬ ਜੀ ਕਹਿੰਦੇ ਨੇ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਸਮਝ ਨਹੀਂ ਹੈ ਅਸਲੀਅਤ ਦੀ, ਉਹਨਾਂ ਨੇ ਤੇ ਬ੍ਰਹਮ ਭੋਜ ਆ ਕੇ ਛਕ ਲਿਆ ਹੈ। ਤੇ ਕੋ ਬ੍ਰਹਮ ਭੋਜ ਤੈ ਕੀਨਾ, ਜਿਨ੍ਹਾਂ ਨੇ ਆ ਕੇ ਛਕਣਾ ਕੀਤਾ ਹੈ ਉਹ ਤੇਰੀ ਅਸਲੀਅਤ ਤੋਂ ਬੇਖਬਰ ਹਨ ਜੀ। ਇਹ ਕੇ ਅਚਵਤ ਪੁੰਨ ਪਲਾਈ, ਕਲਮਲ ਸੋ ਤਨ ਕੇ ਇਕ ਠਾਈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਬ੍ਰਹਮ ਭੋਜ ਛਕਿਆ ਹੈ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ, ਪਤਾ ਨਹੀਂ ਕਿ ਇਹ ਕਿਸ ਤਰ੍ਹਾਂ ਦੀ ਪਾਪਾਂ ਦੀ ਕਮਾਈ ਨਾਲ ਇਕੱਠੇ ਕੀਤੇ ਹੋਏ ਧਨ ਵਿੱਚੋਂ ਲੋਕਾਂ ਵਿੱਚ ਆਪਣਾ ਜਸ ਖੱਟਣ ਦੀ ਖਾਤਰ ਮਲਕ ਭਾਗੋ ਇਹ
ਇੱਕ ਵਿਖਾਵਾ ਕਰ ਰਿਹਾ ਹੈ। ਹੁਣ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਪਾਵਨ ਬਾਣੀ ਦੇ ਅੰਦਰ, ਕਹਿੰਦੇ ਨੇ ਜਿਹੜੇ ਮੁਸਲਮਾਨ ਵੀਰ ਨੇ ਨਾ, ਉਹ ਜਦੋਂ ਨਮਾਜ਼ ਪੜ੍ਹਨ ਜਾਂਦੇ ਹਨ ਤੇ ਉਹਨਾਂ ਵਿੱਚ ਇੱਕ ਇਹ ਵਿਚਾਰ ਹੈ, ਰਵਾਇਤ ਹੈ ਕਿ ਨਮਾਜ਼ ਅਦਾ ਕਰਨ ਲੱਗਿਆ ਉਹ ਸਾਫ਼, ਬਿਲਕੁਲ ਸਾਫ਼ ਕੱਪੜੇ ਪਹਿਨ ਕੇ ਜਾਂਦੇ ਨੇ। ਕਿਸੇ ਤਰ੍ਹਾਂ ਦੇ ਕੱਪੜੇ ਬਿਲਕੁਲ ਵੀ ਕਿਤੇ ਰਤਾ ਵੀ ਕੁਝ ਲੱਗਿਆ ਨਹੀਂ ਹੋਣਾ ਚਾਹੀਦਾ। ਉਹ ਆਖਦੇ ਵੀ ਗੰਦੇ ਕੱਪੜਿਆਂ ਦੇ ਨਾਲ ਨਮਾਜ਼ ਜਿਹੜੀ ਹੈ ਉਹ ਪੜ੍ਹੀ ਪ੍ਰਵਾਨ ਨਹੀਂ ਹੁੰਦੀ। ਇਸ ਕਰਕੇ ਬੜੇ ਸਾਫ਼ ਸੁਥਰੇ ਐਨ ਪ੍ਰੈਸ ਕਰਕੇ ਵਧੀਆ ਕੱਪੜੇ ਪਾ ਕੇ ਜਾਂਦੇ ਹਨ। ਤੇ ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਨੇ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਸਾਹਿਬ ਜੀ ਕਹਿੰਦੇ ਜੇਕਰ, ਕਿਉਂਕਿ ਇੱਕ ਮੁਸਲਮਾਨ ਵੀਰ ਜਿਹੜਾ ਜਾਨਵਰਾਂ ਨੂੰ ਜ਼ਿਬਾ ਕਰ ਰਿਹਾ ਸੀ, ਹੁਣ ਜਦੋਂ ਉਹ ਕੰਮ ਕਰ ਰਿਹਾ ਹੈ, ਹੁਣ ਹਲਾਲ ਕਰਦਾ ਹੈ ਜਾਨਵਰਾਂ ਨੂੰ, ਤੇ ਕੁਝ ਛਿੱਟੇ ਉਹਦੇ ਖੂਨ ਦੇ ਉਹਦੇ ਕੱਪੜਿਆਂ ਨੂੰ ਲੱਗ ਜਾਂਦੇ ਨੇ। ਉਧਰੋਂ ਆਵਾਜ਼ ਆਉਂਦੀ ਹੈ ਕਿ ਨਮਾਜ਼ ਦਾ ਸਮਾਂ ਹੋ ਗਿਆ ਹੈ। ਹੁਣ ਉਹ ਸੋਚਦਾ ਹੈ ਕਿ ਨਮਾਜ਼ ਪੜ੍ਹਨ ਜਾਵਾਂ, ਪਰ ਕੱਪੜੇ ਤੇ ਉਹਦੇ ਜਾਨਵਰ ਦੇ ਲਹੂ ਦੇ ਨਾਲ ਲਿਬੜ ਗਏ ਨੇ। ਸਾਹਿਬ ਜੀ ਆਖਦੇ ਨੇ, ਭਾਈ ਜੇਕਰ ਰਤ ਲੱਗਣ ਦੇ ਨਾਲ ਪਾਏ ਹੋਏ ਤਨ ਤੇ ਕੱਪੜੇ ਗੰਦੇ ਹੋ ਜਾਂਦੇ ਨੇ, ਜਾਮਾ ਹੋਏ ਪਲੀਤ, ਤੇ ਸਾਹਿਬ ਜੀ ਕਹਿੰਦੇ ਜੋ ਰਤ ਪੀਵੈ ਮਾਨਸਾ ਤਿੰਨ ਕਿਉ ਨਿਰਮਲ ਚੀਤ। ਜੇ ਤੁਸੀਂ ਇਹ ਕਹਿੰਦੇ ਹੋ ਕਿ ਕੱਪੜਿਆਂ ਨੂੰ ਜੇ ਕਿਤੇ ਥੋੜਾ ਲਹੂ ਵੀ ਲੱਗ ਗਿਆ ਤੇ ਇਸ ਕੱਪੜਿਆਂ ਨਾਲ ਨਮਾਜ਼ ਅਦਾ ਨਹੀਂ ਕਰ ਸਕਦੇ, ਅੱਲਾ ਖੁਸ਼ ਨਹੀਂ ਹੋਵੇਗਾ, ਤੇ ਮੰਨ ਲਓ ਬੰਦੇ ਨੇ ਕੱਪੜੇ ਬਿਲਕੁਲ ਸਾਫ਼ ਸੁਥਰੇ ਵੀ ਪਾਏ ਹੋਣ, ਤੇ ਜੇ ਅੰਦਰੋਂ ਮਨ ਹੀ ਮਲੀਨ ਹੈ, ਜੇ ਸੁਭਾਅ ਹੈ ਕਿ ਲੋਕਾਂ ਦਾ ਲਹੂ ਪੀਣ ਵਾਲਾ, ਦੂਜਿਆਂ ਦਾ ਹੱਕ ਮਾਰਨ ਵਾਲਾ, ਕੱਪੜੇ ਭਾਵੇਂ ਬਾਹਰੋਂ ਜਿੰਨੇ ਮਰਜ਼ੀ ਸਾਫ਼ ਪਹਿਨ ਲਏ, ਜੇ ਉਹਦਾ ਹਿਰਦਾ ਹੀ ਲੋਕਾਂ ਦੇ ਹੱਕ ਮਾਰਨ ਕਰਕੇ ਮੈਲਾ ਹੈ, ਤੇ ਸਾਹਿਬ ਜੀ ਕਹਿੰਦੇ ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦੇ ਹਿਰਦੇ ਨਿਰਮਲ ਕਿਵੇਂ ਹੋ ਗਏ? ਫਿਰ ਮੈਲੇ ਮਨ ਦੇ ਨਾਲ ਪੜ੍ਹੀ ਹੋਈ ਨਮਾਜ਼ ਕਿਵੇਂ ਉਸ ਖੁਦਾ ਦੇ ਦਰ ਤੇ ਕਬੂਲ ਹੋ ਸਕਦੀ ਹੈ, ਪ੍ਰਵਾਨ ਹੋ ਸਕਦੀ ਹੈ? ਨਹੀਂ ਹੋਵੇਗੀ। ਤਾਂ ਸਾਹਿਬ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਕਿ ਜਿਹੜੇ ਲੋਕ ਬ੍ਰਹਮ ਭੋਜ ਛਕਣ ਆਏ ਸਨ, ਉਹਨਾਂ ਨੂੰ ਸੋਝੀ ਨਹੀਂ ਸੀ, ਸਮਝ ਨਹੀਂ ਸੀ, ਇਸੇ ਕਰਕੇ ਹੀ ਉਹ ਮਲਕ ਭਾਗੋ ਦੇ ਬ੍ਰਹਮ ਭੋਜ ਵਿੱਚ ਆਏ ਹਨ ਜੀ। ਸੁਨੋ ਮਲਕ ਜਿਹ ਕੋ ਸੁਧ ਨਾਹੀ, ਸੋ ਇਹ ਸ਼੍ਰੋਣਤ ਹਿਤ ਕਰ ਖਾਹੀ। ਤੇ ਸਤਿਗੁਰੂ ਜੀ ਕਹਿੰਦੇ ਨੇ ਮਲਕ ਭਾਗੋ ਸੁਣੋ, ਜਿਨ੍ਹਾਂ ਨੂੰ ਸੋਝੀ ਨਹੀਂ ਸੀ, ਸਮਝ ਨਹੀਂ ਸੀ, ਜਿਹੜੇ ਭਰਮ ਭੁਲੇਖੇ ਦੇ ਵਿੱਚ ਸਨ, ਇਸੇ ਕਰਕੇ ਹੀ ਇਹ ਪਾਪਾਂ ਨਾਲ ਕੀਤੀ ਹੋਈ ਕਮਾਈ ਦੇ ਬਣੇ ਹੋਏ ਬ੍ਰਹਮ ਭੋਜ, ਜਿਹਦੇ ਵਿੱਚ ਲੋਕਾਂ ਦਾ ਹੱਕ ਮਾਰ ਕੇ, ਲੋਕਾਂ ਦਾ ਲਹੂ ਪੀ ਕੇ ਮਲਕ ਭਾਗੋ ਨੇ ਇਹ ਜੋ ਧਰਮ ਦੇ ਨਾਂ ਤੇ ਕਰਮ ਕਾਂਡ ਕਰ ਰਿਹਾ, ਇੱਕ ਵਿਖਾਵਾ ਕਰ ਰਿਹਾ ਕਿ ਲੋਕ ਕਹਿਣ ਕਿ ਬੜਾ ਪੁੰਨਵਾਨ ਹੈ, ਬੜਾ ਪੁੰਨ ਦਾ ਕੰਮ ਕਰ ਰਿਹਾ ਹੈ, ਉਹ ਬੇਖਬਰ ਸਨ। ਇਸੇ ਲਈ ਉਹ ਇਸ ਭੁਲੇਖੇ ਵਿੱਚ ਸੋਝੀ ਨਾ ਹੋਣ ਕਰਕੇ ਹੀ ਆਏ ਸਨ। ਤਪਿਅਨ ਤਪ ਛੀਜੈ ਇਹ ਖਾਏ, ਧਈਅਨ ਧਾਨ ਨ ਲਾਗੈ ਲਗਾਏ। ਕਹਿੰਦੇ ਨੇ ਇਸ ਪ੍ਰਕਾਰ ਤਪਿਅਨ ਤਪ ਛੀਜੈ ਇਹ ਖਾਏ, ਕਹਿੰਦੇ ਨੇ ਜਿਨ੍ਹਾਂ ਨੇ ਇਹ ਬ੍ਰਹਮ ਭੋਜ ਨੂੰ ਖਾਧਾ ਹੈ ਆ ਕੇ, ਜਿਹੜੇ ਕੋਈ ਤਪਵਾਨ ਨੇ ਉਹਨਾਂ ਦਾ ਕੀਤਾ ਹੋਇਆ ਤਪ ਨਸ਼ਟ ਹੋ ਜਾਂਦਾ ਹੈ। ਤੇ ਕਿਹੜੇ ਕਹਿੰਦੇ ਜਿਹੜੇ ਧਿਆਨੀ ਨੇ, ਧਿਆਨ ਨਾਲ ਲਗਾਏ, ਜੇ ਕੋਈ ਧਿਆਨਵਾਨ, ਕੋਈ ਬਿਰਤੀ ਲਾਉਣ ਵਾਲਾ ਹੈ, ਜਿਨੇ ਇਹ ਕਿਸੇ ਦੇ ਹੱਕ ਮਾਰ ਕੇ ਜੋ ਕਮਾਈ ਹੈ, ਜੋ ਇਸਨੇ ਪਾਪ ਕਰਕੇ ਇਕੱਠੀ ਕੀਤੀ, ਉਹਦੇ ਵਿੱਚੋਂ ਬ੍ਰਹਮ ਭੋਜ ਕੀਤਾ, ਜਿਸ ਨੇ ਪਾਪਾਂ ਦੀ ਕਮਾਈ ਦੇ ਇਸ ਬ੍ਰਹਮ ਭੋਜ ਨੂੰ ਆ ਕੇ ਛਕਿਆ ਹੈ। ਜੇਕਰ ਕਹਿੰਦੇ ਨੇ ਉਹ ਕੋਈ ਤਪ ਕਰਨ ਵਾਲਾ ਹੈ, ਉਹਦੇ ਕੀਤੇ ਤਪ ਨਸ਼ਟ ਹੋ ਗਏ। ਜੇਕਰ ਕੋਈ ਧਿਆਨ ਲਾਉਣ ਵਾਲਾ ਸੀ, ਜਿਹਨੇ ਖਾ ਲਿਆ, ਉਹਦਾ ਫਿਰ ਧਿਆਨ ਵੀ ਨਹੀਂ ਲੱਗਦਾ, ਉਹਦੀ ਬਿਰਤੀ ਮੁੜ ਉਸ ਤਰ੍ਹਾਂ ਉਸ ਨਿਰੰਕਾਰ ਵਿੱਚ ਨਹੀਂ ਜੁੜਦੀ,
ਜਿਨ੍ਹਾਂ ਨੇ ਬ੍ਰਹਮ ਭੋਜ ਖਾਦਾ ਹੈ ਜੀ। ਖਾਵਤ ਮਨ ਕੋ ਕਰਤ ਮਲੀਨਾ, ਹਰ ਜਸ ਰੰਗ ਨ ਚੜ੍ਹੈ ਨਵੀਨਾ। ਤੇ ਕਹਿੰਦੇ ਜਿਨ੍ਹਾਂ ਨੇ ਇਹ ਬ੍ਰਹਮ ਭੋਜ ਖਾਦਾ ਹੈ, ਉਹਨਾਂ ਦੇ ਅੰਦਰ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਮਨ ਮਲੀਨ ਹੋ ਗਏ ਨੇ, ਅਤੇ ਹਰ ਜਸ ਰੰਗ ਨਾ ਚੜ੍ਹਿਆ ਨਵੀਨਾ। ਤੇ ਪਹਿਲਾਂ ਵਾਂਗ ਉਹਨਾਂ ਦੇ ਮਨ ਦੇ ਉੱਤੇ ਹਰੀ ਦੇ ਜਸ ਦਾ ਰੰਗ ਨਹੀਂ ਚੜ੍ਹਦਾ ਜੀ। ਦੋਹਰਾ ਸੁਧ ਜਿਨ ਕੇ ਹਿਰਦੇ ਵਿਖੈ, ਸੋ ਕਿਉ ਸ਼੍ਰੋਣਤ ਪੀ। ਤੇ ਆਖਦੇ ਨੇ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਸੋਝੀ ਹੈ, ਸਮਝ ਹੈ, ਜੋ ਅਸਲੀਅਤ ਨੂੰ ਜਾਣਨ ਵਾਲੇ ਨੇ, ਉਹ ਨਿਰੰਕਾਰ ਦੇ ਨਾਲ ਹਿਰਦੇ ਤੋਂ ਜੁੜੇ ਹੋਏ ਨੇ। ਸੁਧ ਜਿਨ ਕੇ ਹਿਰਦੇ ਵਿਖੈ, ਸੋ ਕਿਉ ਸ਼੍ਰੋਣਤ ਪੀ। ਉਹ ਕਿਉਂ ਆ ਕੇ ਇਹ ਬ੍ਰਹਮ ਭੋਜ ਵਿੱਚੋਂ ਛਕਣਾ ਕਰਨਗੇ, ਜਿਨ੍ਹਾਂ ਦੇ ਉੱਤੇ ਮਾਲਕ ਨੇ ਰਹਿਮਤ ਕੀਤੀ ਹੈ, ਜਿਨ੍ਹਾਂ ਨੂੰ ਉਸ ਨੇ ਸੋਝੀ ਬਖਸ਼ੀ ਹੈ ਜੀ। ਪੁੰਨਹੀਨ ਨਿਜ ਕਿਉ ਕਰੈ, ਸਮਝ ਦੇਖਿਐ ਹੀ। ਤੇ ਸਾਹਿਬ ਜੀ ਕਹਿੰਦੇ ਨੇ ਵੀ ਪੁੰਨਹੀਨ ਨਿਜ ਕਿਉਂ ਕਰੈ, ਸਮਝ ਦੇਖਿਆ ਹੀ। ਸਾਹਿਬ ਜੀ ਕਹਿੰਦੇ ਨੇ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਸਮਝ ਲਵੋ, ਵਿਚਾਰ ਲਵੋ ਕਿ ਪੁੰਨਹੀਨ, ਪੁੰਨ ਤੋਂ ਰਹਿਤ, ਨਿਜ ਕਿਉਂ ਕਰੈ। ਜਿਨ੍ਹਾਂ ਨੇ ਇਸ ਬ੍ਰਹਮ ਭੋਜ ਨੂੰ ਕੀਤਾ ਹੈ, ਉਹ ਇਸੇ ਹੀ ਭਰਮ ਭੁਲੇਖੇ ਵਿੱਚ ਨੇ ਕਿ ਨੇ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ, ਅਸਲੀਅਤ ਨੂੰ ਨਹੀਂ ਸਮਝੇ ਕਿ ਇਹ ਪੁੰਨ ਨਹੀਂ ਹੈ। ਇਹ ਸਾਰਾ ਕੁਝ ਇਹਨੇ ਪਾਪਾਂ ਦੀ ਕਮਾਈ ਜੋ ਇਕੱਠੀ ਕੀਤੀ ਹੈ। ਸਤਿਗੁਰ ਜੀ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਹਨ ਕਿ ਪਾਪਾਂ ਬਾਝੋ ਹੋਵੇ, ਨਾਹੀ ਮੋਇਆ ਸਾਥ ਨਾ ਜਾਈ। ਮਨੁੱਖ ਗਲਤ ਢੰਗ ਤਰੀਕੇ ਦੇ ਨਾਲ ਦੂਜਿਆਂ ਦਾ ਹੱਕ ਮਾਰ ਕੇ, ਧੋਖਾ ਕਰਕੇ, ਪਰਪੰਚ ਕਰਕੇ ਜੋ ਧਨ ਸਾਰੀ ਉਮਰ ਇਕੱਠਾ ਕਰਦਾ ਰਹਿੰਦਾ, ਜੋੜਦਾ ਰਹਿੰਦਾ ਹੈ, ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਮੋਇਆ ਸਾਥ ਨਾ ਜਾਈ। ਇਹ ਮਰਨ ਤੋਂ ਬਾਅਦ ਇਹ ਨਾਲ ਥੋੜੀ ਬਨ ਕੇ ਲੈ ਜਾਵੇਂਗਾ, ਜੋ ਤੂੰ ਇਹ ਪਾਪਾਂ ਦੀ ਕਮਾਈ ਜੋੜ ਰਿਹਾ ਹੈ। ਇਸ ਪ੍ਰਕਾਰ ਸਤਿਗੁਰ ਜੀ ਸਮਝਾਉਂਦੇ ਹਨ ਜੀ। ਚੌਪਈ ਅਸਨ ਬਿਲੋ ਕੋ ਸ਼ੂਦਰ ਤਾਮੂ, ਨਿਕਸਤ ਪੈ ਜਿਹ ਤੇ ਅਬਿਰਾਮੂ। ਕਹਿੰਦੇ ਨੇ ਅਸਨ ਬਿਲੋ ਕੋ ਸ਼ੂਦਰ ਧਾਮੂ, ਤੇ ਜਿਸ ਭਾਈ ਲਾਲੋ ਨੂੰ ਤੂੰ ਸ਼ੂਦਰ ਕਹਿੰਦੇ, ਨੀਵੀਂ ਜਾਤ ਦਾ ਹੈ, ਉਹਨਾਂ ਦਾ ਭੋਜਨ ਵੇਖੋ। ਉਹਨਾਂ ਦੇ ਭੋਜਨ ਵਿੱਚੋਂ ਕਹਿੰਦੇ ਨਿਕਸਤ ਪੈ ਜਿਹ ਤੇ ਅਬਿਰਾਮੂ, ਜਿਸ ਭੋਜਨ ਵਿੱਚੋਂ ਦੁੱਧ ਨਿਕਲਿਆ ਹੈ। ਭਾਵ ਜਿਹੜੀ ਹੱਕ ਦੀ ਕਮਾਈ ਨਾਲ ਆਪ ਦਸਾਂ ਨੂੰਹਾਂ ਦੀ ਕਿਰਤ ਕਮਾਈ ਮਿਹਨਤ ਕਰਕੇ ਜੋ ਭੋਜਨ ਹੁੰਦਾ ਹੈ ਨਾ, ਉਹਨੂੰ ਛਕ ਕੇ ਬੰਦੇ ਨੂੰ ਸੰਤੋਖ ਆ ਜਾਂਦਾ ਹੈ। ਜਿਹੜਾ ਭੋਜਨ ਕਹਿੰਦੇ ਨੇ ਮਲਕ ਭਾਗੂ ਨੂੰ ਕਹਿੰਦੇ ਨੇ, ਜੋ ਭੋਜਨ ਵੇਖ ਭਾਈ ਲਾਲੋ ਦੇ ਘਰ ਦਾ ਹੈ ਨਾ, ਉਸ ਭੋਜਨ ਵਿੱਚ ਵੇਖ ਕਿਸ ਤਰ੍ਹਾਂ ਉਹਦੇ ਵਿੱਚੋਂ ਦੁੱਧ ਭਾਵ ਸੰਤੋਖ ਦਿਸਦਾ ਹੈ ਜੀ। ਬ੍ਰਹਮ ਭੋਜ ਹੋਵਤ ਨਿਤ ਇਨਕੇ, ਕਰੋ ਆਹਾਰ ਸਦਨ ਹੋ ਜਿਨਕੇ। ਸਾਹਿਬ ਜੀ ਕਹਿੰਦੇ ਇਸੇ ਕਰਕੇ ਹੀ ਬ੍ਰਹਮ ਭੋਜ ਹੋਵੇ ਨਿਤ ਇਨਕੇ। ਤੂੰ ਤੇ ਸਾਲ ਦੇ ਵਿੱਚ ਜਾਂ 6 ਮਹੀਨਿਆਂ ਬਾਅਦ ਜਾਂ 2 ਸਾਲੀ ਬਾਅਦ ਇੱਕ ਵਾਰ ਬ੍ਰਹਮ ਭੋਜ ਕਰਕੇ ਲੋਕਾਂ ਵਿੱਚ ਜਸ ਖੱਟ ਲੈਣਾ ਹੈ ਕਿ ਬੜਾ ਪੁੰਨੀ ਹੈ, ਬੜਾ ਪੁੰਨਵਾਨ ਹੈ, ਬੜਾ ਪੁੰਨ ਦਾ ਕੰਮ ਇਹਨੇ ਕੀਤਾ ਹੈ। ਕਹਿੰਦੇ ਤੂੰ ਤੇ 6 ਮਹੀਨੇ ਸਾਲ ਬਾਅਦ ਕਰਦਾ ਹੈ ਜਾਂ 2 ਸਾਲ ਬਾਅਦ ਕਰਦਾ ਹੈ। ਕਹਿੰਦਾ ਵੇਖ, ਸਤਿਗੁਰੂ ਜੀ ਕਹਿੰਦੇ ਵੇਖ ਭਾਈ ਲਾਲੋ ਦੇ ਘਰ ਦੇ ਵਿੱਚ ਤੇ ਰੋਜ਼ਾਨਾ ਹੀ ਬ੍ਰਹਮ ਭੋਜ ਹੁੰਦਾ ਹੈ। ਬ੍ਰਹਮ ਭੋਜ ਹੋਵੇ ਨਿਤ ਇਨ ਕੇ, ਭਾਈ ਲਾਲੋ ਦੇ ਘਰ ਤੇ ਰੋਜ਼ਾਨਾ ਹੀ ਬ੍ਰਹਮ ਭੋਜ ਹੁੰਦਾ ਹੈ, ਕਿਉਂਕਿ ਭਾਈ ਲਾਲੋ ਕਿਰਤਕਾਰ ਕਰਦਾ ਹੈ, ਮਿਹਨਤ ਕਰਦਾ ਹੈ, ਕਿਸੇ ਦਾ ਹੱਕ ਨਹੀਂ ਮਾਰਦਾ ਮਲਕ ਭਾਗੋ ਦੇ ਵਾਂਗ। ਕਹਿੰਦੇ ਨੇ ਇਸੇ ਕਰਕੇ ਕਰੋ ਆਹਾਰ ਸਦਨ ਹੋ ਜਿਨਕੇ। ਇਸੇ ਲਈ ਹੀ ਮੈਂ, ਕਿਉਂਕਿ ਭਾਈ ਲਾਲੋ ਦੇ ਘਰ ਤੇ ਰੋਜ਼ਾਨਾ ਹੀ ਬ੍ਰਹਮ ਭੋਜ ਹੁੰਦਾ ਹੈ, ਇਸੇ ਕਰਕੇ ਸਤਿਗੁਰੂ ਜੀ ਆਖਦੇ ਹਨ ਮੈਂ ਇਹਨਾਂ ਦੇ ਘਰ ਰੋਜ਼ਾਨਾ ਭੋਜਨ ਛਕਦਾ ਹਾਂ ਜੀ। ਨਿਜ ਕਰ ਟਹਿਲ ਦਿਵਸ ਮੈਂ ਕਰਹੀ, ਬਿਰਤ ਨ ਕਲ ਮਲ ਕੀ ਔਰ ਤਰਹੀ। ਤੇ ਸਾਹਿਬ ਜੀ ਕਹਿੰਦੇ ਨੇ ਇਸੇ ਕਰਕੇ ਹੀ ਨਿਜ ਕਰ ਟਹਿਲ
ਦਿਵਸ ਮੈਂ ਕਰਹੀ। ਇਹ ਭਾਈ ਲਾਲੋ ਹੈ ਨਾ ਜਿਹੜਾ, ਇਹ ਰੋਜ਼ਾਨਾ ਹੀ ਦਿਨ ਦੇ ਵਿੱਚ ਕਿਰਤਕਾਰ ਕਰਦਾ ਹੈ, ਮਿਹਨਤ ਕਰਦਾ ਹੈ। ਬ੍ਰਿਤ ਨਾ ਕਲਮਲ ਕੀ ਔਰ ਧਰਹੀ, ਤੇ ਆਪਣੇ ਮਨ ਵਿੱਚ ਕਦੇ ਵੀ ਪਾਪਾਂ ਦੇ ਨਾਲ ਧਨ ਖੱਟਣ ਦਾ, ਕਮਾਈ ਕਰਨ ਦਾ ਕੋਈ ਵਿਚਾਰ ਭਾਈ ਲਾਲੋ ਆਪਣੇ ਮਨ ਵਿੱਚ ਬਿਲਕੁਲ ਵੀ ਨਹੀਂ ਲਿਆਉਂਦਾ ਜੀ। ਕਰ ਮਿਹਨਤ ਸੋ ਹਾਥ ਕਮਾਈ, ਬਹੁਰ ਅਥਿਤ ਕੋ ਦੇ ਤਾਂ ਖਾਈ। ਇਸ ਪ੍ਰਕਾਰ ਕਰ ਮਿਹਨਤ ਸੋ ਹਾਥ ਕਮਾਈ, ਇਹ ਭਾਈ ਲਾਲੋ ਮਿਹਨਤ ਦੀ ਕਮਾਈ ਕਰਦਾ ਹੈ। ਬਹੁਰ ਅਥਿਤ ਕੋ ਦੇ ਨਾ ਤਾਂ ਖਾਈ, ਕਹਿੰਦੇ ਨੇ ਆਪ ਜਿੱਥੇ ਮਿਹਨਤ ਕਰਕੇ ਛਕਦਾ ਹੈ, ਜੇ ਕੁਝ ਬਚ ਜਾਵੇ ਤਾਂ ਦੂਸਰਿਆਂ ਦੀ ਵੀ ਮਦਦ ਕਰਦਾ ਹੈ ਜੀ। ਇਸੇ ਅਚਵੇ ਔਰ ਨਿਰਮਲ ਹੋਵੇ, ਜਨਮ ਜਨਮ ਮਲ ਜਲ ਸਮਤ ਹੋਵੇ। ਇਸ ਪ੍ਰਕਾਰ ਜੋ ਇਹੋ ਜਿਹਾ ਮਿਹਨਤ ਦਾ, ਕਮਾਈ ਦੇ ਨਾਲ, ਮਿਹਨਤ ਦੀ ਕਮਾਈ ਨਾਲ ਬਣਿਆ ਹੋਇਆ ਭੋਜਨ ਛਕਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਤੇ ਉਹਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ, ਮਨ ਦੀ ਮੈਲ ਧੁੱਪ ਜਾਂਦੀ ਹੈ ਜੀ। ਕਰਤੈ ਇਕੱਠੀ ਕਲਖ ਕਮਾਈ, ਕੀਰਤ ਕਾਰਨ ਨਰ ਖਵਾਈ। ਸਤਿਗੁਰੂ ਜੀ ਕਹਿੰਦੇ ਤੂੰ ਜਿਹੜੀ ਕਮਾਈ ਕੀਤੀ ਹੈ ਨਾ, ਲੋਕਾਂ ਦਾ ਹੱਕ ਮਾਰ ਕੇ, ਪਾਪਾਂ ਦੇ ਨਾਲ ਜੋ ਤੂੰ ਕਮਾਈ ਕੀਤੀ ਹੈ, ਕੀਰਤ ਕਾਰਨ ਨਰਨ ਖਵਾਈ, ਤੇ ਲੋਕਾਂ ਦਾ ਹੀ ਹੱਕ ਮਾਰ ਕੇ ਮੁੜ ਉਹਨਾਂ ਦੇ ਵਿੱਚ ਹੀ ਤੂੰ ਇਹ ਬ੍ਰਹਮ ਭੋਜ ਦਾ ਇਹ ਨਾਟਕ ਜਿਹਾ ਕਰਕੇ ਲੋਕਾਂ ਦੇ ਵਿੱਚ ਆਪਣਾ ਕੇਵਲ ਜਸ ਹੀ ਖੜਦਾ ਹੈ। ਪਾਪ ਛਪਾਵਤ ਨਿਜ ਮਨ ਮਾਹੀ, ਨਹਿਨ ਸੁਨਾਏ ਦਿਖਾਵੇ ਕਾਹੀ। ਸਤਿਗੁਰੂ ਜੀ ਕਹਿੰਦੇ ਭਾਈ ਤੂੰ ਆਪਣੇ ਹਿਰਦੇ ਵਿੱਚ, ਮਨ ਦੇ ਵਿੱਚ ਨਾ ਕੀਤੇ ਹੋਏ ਪਾਪ ਲੁਕਾਉਂਦਾ ਰਹਿਣਾ ਹੈ। ਪਾਪ ਛਪਾਵੇ ਨਿਜ ਮਨ ਮਾਹੀ, ਕਹਿੰਦੇ ਨੇ ਨਹਿਨ ਸੁਨਾਏ ਦਿਖਾਵੇ ਕਾਹੀ। ਤੂੰ ਕਦੇ ਵੀ ਆਪਣੀ ਅਸਲੀਅਤ ਦੇ ਬਾਬਤ ਆਪਣੇ ਮਨ ਦੇ ਵਿੱਚ ਤੂੰ ਪਾਪ ਲੁਕੋ ਕੇ ਰੱਖਦਾ ਹੈ, ਕਦੇ ਵੀ ਕਿਸੇ ਨੂੰ ਨਹੀਂ ਦਿਖਾਉਂਦਾ ਤੇ ਨਾ ਹੀ ਕਿਸੇ ਨੂੰ ਸੁਣਾਉਂਦਾ ਹੈ। ਕਿਕਰ ਬੀਜ ਜਿਉ ਧਰਤ ਮੰਜਾਰੀ, ਉਗ ਲਗ ਕੰਟਕ ਦੇ ਦੁਖ ਪਹਾਰੀ। ਹੁਣ ਸਤਿਗੁਰੂ ਜੀ ਕਹਿੰਦੇ ਵੇਖੋ, ਜੇਕਰ ਕੋਈ ਮਨੁੱਖ ਕੀਕਰ ਦਾ ਰੁੱਖ ਲਾਉਂਦਾ ਹੈ, ਕੀਕਰ ਜਿਹੜਾ ਹੈ ਨਾ ਉਹਦਾ ਬੀਜ ਧਰਤੀ ਵਿੱਚ ਪਾਵੇਗਾ, ਤੇ ਕਹਿੰਦੇ ਨੇ ਉਗਲਗ ਕੰਟਕ ਦੇ ਦੁਖ ਭਾਰੀ। ਤੇ ਕਹਿੰਦੇ ਨੇ ਹੁਣ ਜਦੋਂ ਉਹ ਰੁੱਖ ਬਣੇਗਾ ਕੀਕਰ ਦਾ, ਤੇ ਉਹਨੂੰ ਤੇ ਸੂਲਾਂ ਹੀ ਲੱਗਣਗੀਆਂ, ਤੇ ਉਹ ਤੇ ਦੁਖਦਾਈ ਹੁੰਦਾ ਹੈ ਜੀ। ਇਹ ਜੋ ਪੁੰਨ ਕਰ ਸਬਨ ਦਿਖਾਵਾ, ਸੋ ਜਸ ਪਾਏ ਹਿਰਦੈ ਗਰਬਾਵਾ। ਤੇ ਸਾਹਿਬ ਜੀ ਕਹਿੰਦੇ ਨੇ ਇਹ ਜੋ ਤੂੰ ਵਿਖਾਵੇ ਦਾ ਪੁੰਨ ਦਾ ਕੰਮ ਕਰ ਰਿਹਾ ਹੈ, ਸੁਜਸ ਪਾਏ ਹਿਰਦੈ, ਕੇਵਲ ਆਪਣੇ ਹਿਰਦੇ ਵਿੱਚ ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਲੋਕਾਂ ਦੇ ਵਿੱਚ ਇਹੋ ਜਿਹਾ ਦਿਖਾਵਾ ਕਰਕੇ ਜਸ ਖੱਟਣ ਦਾ ਯਤਨ ਕਰਦਾ ਹੈ। ਧਰਤ ਵਹਿਰ ਜਿਉ ਬੀਜ ਰਸਾਲਾ, ਉਗਹਿ ਨ ਕਿਉ ਫਲ ਦੇ ਵਿਸਾਲਾ। ਸਤਿਗੁਰੂ ਜੀ ਕਹਿੰਦੇ ਨੇ ਮੰਨ ਲਓ ਕਿ ਧਰਤੀ ਦੇ ਬਾਹਰ ਉੱਤੇ ਬੀਜ ਰੱਖ ਦਿੱਤਾ ਜਾਵੇ ਤੇ ਬੀਜ ਬਹੁਤ ਉੱਤਮ ਕਿਸਮ ਦਾ ਹੋਵੇ, ਪਰ ਉਹਨੂੰ ਧਰਤੀ ਦੇ ਵਿੱਚ ਨਹੀਂ ਪਾਇਆ, ਧਰਤੀ ਦੇ ਉੱਤੇ ਰੱਖ ਦਿੱਤਾ ਕੋਈ ਬੀਜ, ਕਹਿੰਦੇ ਨੇ ਉੱਗੇ ਨਾ, ਤੇ ਉਹ ਕਦੇ ਵੀ ਉੱਗੇਗਾ ਨਹੀਂ, ਕਿਉਂਕਿ ਬੀਜ ਧਰਤੀ ਦੇ ਅੰਦਰ ਨਹੀਂ ਗਿਆ, ਉਹ ਕੇਵਲ ਉੱਤੇ ਰੱਖਿਆ ਹੋਇਆ ਹੈ, ਤੇ ਉੱਗੇਗਾ ਨਹੀਂ। ਤੇ ਜੇ ਉੱਗੇਗਾ ਨਹੀਂ ਫਿਰ ਉਹ ਕਿਸੇ ਤਰ੍ਹਾਂ ਦਾ ਫਲ ਨਹੀਂ ਦੇ ਸਕਦਾ ਜੀ। ਹੋਏ ਜੋ ਛੁਪਾਇਓ ਉਗਹਿ ਸੋ, ਯਹੀ ਰੀਤ ਜਾਣੈ ਸਭ ਕੋ। ਸਾਹਿਬ ਜੀ ਕਹਿੰਦੇ ਨੇ ਇਸੇ ਰੀਤ ਨੂੰ ਸਾਰੇ ਲੋਕ ਜਾਣਦੇ ਸਮਝਦੇ ਨੇ ਕਿ ਜੋ ਧਰਤੀ ਵਿੱਚ ਪਾਵੋਗੇ ਉਹੀ ਉੱਗੇਗਾ। ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ, ਕਹਿੰਦੇ ਨੇ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਕਹਿੰਦੇ ਨੇ ਬੰਦਾ ਬੀਜ ਤੇ ਜ਼ਹਿਰ ਰਿਹਾ ਹੋਵੇ, ਜ਼ਹਿਰ ਬੀਜ ਕੇ ਆਸ ਲਾਵੇ ਕਿ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ, ਇਹ ਕਦੇ ਨਹੀਂ ਹੋ ਸਕਦਾ। ਇਹ ਉਸ ਕਰਤੇ ਦੀ ਕੁਦਰਤ ਦਾ ਇੱਕ ਅਟਲ ਨੇਮ ਹੈ। ਜਿਹੋ ਜਿਹਾ ਮਨੁੱਖ ਬੀਜ ਧਰਤੀ ਦੇ ਵਿੱਚ ਪਾਉਂਦਾ ਹੈ, ਧਰਤੀ ਉਸੇ ਤਰ੍ਹਾਂ ਦਾ ਹੀ ਜਿਹੜਾ ਬੂਟਾ ਹੈ
ਉਹ ਉਗਾ ਦਿੰਦੀ ਹੈ। ਜੇ ਕਿੱਕਰ ਦਾ ਬੀਜ ਪਾਇਆ ਤੇ ਕਿੱਕਰ ਦਾ ਬੂਟਾ ਬਣੇਗਾ। ਜੇ ਵਧੀਆ ਕੋਈ ਫਲ ਦੇਣ ਵਾਲਾ ਲਾਇਆ ਤੇ ਤਾਂ ਹੀ ਉਸ ਨੂੰ ਫਲ ਲੱਗੇਗਾ। ਤੇ ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਨੇ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪੈਦਾ ਲੋੜੈ ਪਟ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਬੰਦਾ ਬੀਜ ਤੇ ਕਿੱਕਰ ਦਾ ਬੂਟਾ ਰਿਹਾ ਹੈ, ਰੁੱਖ ਰਿਹਾ ਹੈ, ਤੇ ਉਹਦੇ ਤੋਂ ਆਸ ਲਾਵੇ। ਕਿੱਕਰ ਦਾ ਬੀਜ ਜਿਹੜਾ ਧਰਤੀ ਵਿੱਚ ਪਾ ਕੇ ਆਖੇ ਕਿ ਇੱਥੇ ਦਾਖਾਂ ਦੇਣ ਵਾਲਾ ਬੂਟਾ ਉੱਗ ਪਵੇ, ਕਹਿੰਦੇ ਨੇ ਇਹ ਕਦੇ ਵੀ ਸੰਭਵ ਨਹੀਂ ਹੈ। ਲਾ ਕੇ ਕਿੱਕਰ ਦਾ ਬੂਟਾ ਆਖੇ ਕਿ ਬਿਜੋਰ ਦੀਆਂ ਜੋ ਮਿੱਠੀਆਂ ਦਾਖਾਂ ਹੁੰਦੀਆਂ ਨੇ ਉਹੋ ਜੀਆਂ ਲੱਗਣ ਇਸ ਰੁੱਖ ਨੂੰ, ਇਹ ਕਿਵੇਂ ਹੋ ਸਕਦਾ ਹੈ? ਇਹ ਮੁਮਕਿਨ ਨਹੀਂ ਹੈ। ਹੰਡੇ ਉਨ ਕਤਾਇਂਦਾ, ਕਹਿੰਦੇ ਨੇ ਉਨ ਕਤਰਿਆ ਹੋਵੇ ਮਨੁੱਖ ਤੇ ਆਸ ਲਾਵੇ ਕਿ ਪਟ ਰੇਸ਼ਮ ਜੇ ਕੋਮਲ ਕੱਪੜਾ ਬਣ ਜਾਵੇ, ਇਹ ਕਦੇ ਵੀ ਸੰਭਵ ਨਹੀਂ ਹੈ। ਇਸ ਲਈ ਸਾਹਿਬ ਜੀ ਇਹਨਾਂ ਉਦਾਹਰਣਾਂ ਦੇ ਰਾਹੀਂ ਸਮਝਾਉਂਦੇ, ਭਾਈ ਜਿਸ ਨਾਲ ਕਿਸੇ ਨਾਲ ਜਿਹੋ ਜਿਹਾ ਤੁਸੀਂ ਵਿਹਾਰ ਕਰੋਗੇ, ਸਲੀਕਾ ਕਰੋਗੇ, ਉਹੋ ਜਿਹਾ ਹੀ ਤੁਹਾਨੂੰ ਪ੍ਰਾਪਤ ਹੋਵੇਗਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਨੇ, ਸਰਬੱਤ ਦਾ ਭਲਾ ਸਭਨਾ ਦਾ ਭਲਾ ਮਨਾਉਣ ਦੀ ਆਪਣੇ ਮਨ ਦੇ ਸੁਭਾਅ ਦੇ ਵਿੱਚ ਇਸ ਨੂੰ ਲੈ ਕੇ ਆ। ਕਿਸੇ ਦਾ ਹੱਕ ਨਾ ਮਾਰ, ਕਿਸੇ ਦਾ ਬੁਰਾ ਨਾ ਆਪਣੇ ਮਨ ਵਿੱਚ ਰੱਖ, ਪਰ ਕਾ ਬੁਰਾ ਨਾ ਰਾਖੋ ਚੀਤ। ਸਾਹਿਬ ਜੀ ਕਹਿੰਦੇ ਨੇ ਕਿਸੇ ਦਾ ਬੁਰਾ ਕਰਨਾ ਤੇ ਕੀ ਹੈ, ਆਪਣੇ ਮਨ ਵਿੱਚ ਵੀ ਨਾ ਲੈ ਕੇ ਆਵੋ। ਜੇ ਕਿਸੇ ਦਾ ਬੁਰਾ ਚਿਤਵੋਗੇ ਨਹੀਂ ਨਾ ਆਪਣੇ ਮਨ ਦੇ ਵਿੱਚ, ਤਾਂ ਯਾਦ ਰੱਖਿਆ ਜੇ ਤੈਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਆਵੇਗਾ। ਕਿਉਂਕਿ ਬੰਦਾ ਕਿਸੇ ਨਾਲ ਵੈਰ ਕਮਾਉਣ ਤੋਂ ਪਹਿਲਾਂ ਮਨ ਵਿੱਚ ਇਹੋ ਜੀਆਂ ਵਿਚਾਰਾਂ ਲਿਆਉਂਦਾ ਹੈ। ਉਹ ਵਿਚਾਰਾਂ ਸਭ ਤੋਂ ਪਹਿਲਾਂ ਉਸ ਮਨੁੱਖ ਨੂੰ ਆਪ ਦੁਖੀ ਤੇ ਪਰੇਸ਼ਾਨ ਕਰਦੀਆਂ ਹਨ। ਇਸ ਕਰਕੇ ਸਾਹਿਬ ਜੀ ਆਖਦੇ ਨੇ, ਜਿਹੋ ਜਿਹਾ ਫਲ, ਜਿਹੋ ਜਿਹਾ ਬੀਜ ਧਰਤੀ ਵਿੱਚ ਪਾਇਆ ਹੈ, ਉਹੋ ਜਿਹਾ ਹੀ ਉੱਗੇਗਾ ਤੇ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੋਵੇਗਾ ਜੀ। ਤੁਝ ਕੋ ਹਵੈ ਦੋਨੋਂ ਵਿਪਰੀਤਾ, ਤਬ ਜਾਨੋ ਜਬ ਦੇ ਜਮ ਪੀਤਾ। ਤੇ ਸਾਹਿਬ ਜੀ ਕਹਿੰਦੇ ਤੂੰ ਭਾਈ ਦੋਨੋਂ ਤਰ੍ਹਾਂ ਦੀ ਰੀਤ ਤੋਂ ਵਿਪਰੀਤ ਹੈ, ਉਲਟ ਹੈ। ਤਬ ਜਾਨੋ ਜਬ ਦੇ ਜਮ ਪੀਤਾ, ਤੇ ਤੈਨੂੰ ਸੋਝੀ ਪਤਾ ਸਮਝ ਉਦੋਂ ਆਵੇਗੀ ਜਦੋਂ ਜਮਾਂ ਦੀ ਮਾਰ ਪਵੇਗੀ। ਤੇ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਹੇ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂਡ ਮੈਂ ਲਾਗੈ। ਕਬੀਰ ਸਾਹਿਬ ਜੀ ਕਹਿੰਦੇ ਨੇ ਬੰਦਾ ਉਦੋਂ ਹੀ ਇਸ ਗੱਲ ਨੂੰ ਸਮਝਦਾ ਹੈ, ਜੀਵਨ ਦੀ ਹਕੀਕਤ ਦੀ ਸੋਝੀ ਉਹਨੂੰ ਉਦੋਂ ਹੀ ਆਉਂਦੀ ਹੈ ਜਦੋਂ ਗਲ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ ਹੈ। ਤਾਂ ਸਾਹਿਬ ਜੀ ਕਹਿੰਦੇ ਜਦੋਂ ਜਮਾਂ ਦੇ ਵਸ ਹੋਵੇਗਾ ਨਾ, ਉਦੋਂ ਹੀ ਤੈਨੂੰ ਅਸਲੀਅਤ ਹਕੀਕਤ ਦੀ ਸਮਝ ਆਵੇਗੀ ਜੀ। ਦੋਹਰਾ ਮਹਿਮਾ ਪਾਵਕ ਸੀਨ ਰਖ, ਨਿਜ ਮਨ ਕਰ ਲਗਦਾਰ। ਸਤਿਗੁਰ ਜੀ ਦੀ ਜੋ ਮਹਿਮਾ ਹੈ, ਕਹਿੰਦੇ ਨੇ ਉਹ ਪਾਵਕ ਅਗਨ ਵਰਗੀ ਹੈ। ਨਿਜ ਮਨ ਕਰ ਲਗਦਾਰ, ਤੇ ਕਹਿੰਦੇ ਨੇ ਉਹ ਦੂਜੇ ਪਾਸੇ ਜਿਹੜਾ ਮਲਕ ਭਾਗੋ ਦਾ ਮਨ ਹੈ ਨਾ, ਉਹ ਇੱਕ ਨਿੱਕੀ ਜੀ ਲੱਕੜ ਵਰਗਾ ਹੈ ਜੀ। ਜਰ ਭਰ ਕੇ ਜੜ ਭਸਮ ਪਾ, ਸਮਝਤ ਨਹੀਂ ਗਵਾਰ। ਕਹਿੰਦੇ ਨੇ ਇਸ ਗਵਾਰ ਨੂੰ ਸਮਝ ਨਹੀਂ ਲੱਗੀ, ਸੋਝੀ ਨਹੀਂ ਲੱਗੀ। ਸਤਿਗੁਰ ਜੀ ਨੇ ਅਨੇਕਾਂ ਪ੍ਰਕਾਰ ਉਦਾਹਰਣਾਂ ਦੇ ਰਾਹੀਂ ਮਲਕ ਭਾਗੋ ਨੂੰ ਸਮਝਾਇਆ, ਉਪਦੇਸ਼ ਦਿੱਤਾ ਹੈ। ਪਰ ਇਹਦੇ ਮਨ ਦੇ ਉੱਤੇ ਸਤਿਗੁਰ ਜੀ ਦੀ ਆਖੀ ਹੋਈ ਕਿਸੇ ਗੱਲ ਦਾ ਵੀ ਕੋਈ ਅਸਰ ਨਹੀਂ ਹੋਇਆ ਜੀ। ਬਹੁਰੋ ਬਚਨ ਕੇ ਰਤ ਕੇ ਪਰਸੇ, ਪਾਵਕ ਭਇਓ ਜਾਹੇ ਤੇ ਸਰਸੇ। ਸਤਿਗੁਰ ਜੀ ਦੇ ਬਚਨ ਜਿਹੜੇ ਹਨ, ਕਹਿੰਦੇ ਨੇ ਘ੍ਰਿਤ ਕੇ ਪਰਸੇ, ਘ੍ਰਿਤ ਘਿਓ ਵਰਗੇ ਬਚਨ ਹਨ। ਪਾਵਕ ਭਇਓ ਜਾਹੇ ਤੇ ਸਰਸੇ, ਤੇ ਸਤਿਗੁਰਾਂ ਜੀ ਦੇ ਬਚਨਾਂ ਦੇ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਜੀ। ਔਰ ਮੈਂ ਰਿਸਯਤ ਕਛ ਨ ਬਸਾਈ, ਲੱਜਤ ਕੋ ਹਰ ਗਰੀਵ ਨਿਵਾਈ। ਹੁਣ ਸਤਿਗੁਰਾਂ ਜੀ ਦੇ ਬਚਨ ਸੁਣ ਕੇ
ਲੱਜਤ ਭਾਵ ਸ਼ਰਮਿੰਦਾ ਹੋਇਆ ਮਲਕ ਭਾਗੋ। ਕੁਝ ਵੀ ਮੂੰਹ ਤੋਂ ਆਖ ਨਹੀਂ ਸਕ ਰਿਹਾ, ਕੋਈ ਗੱਲ ਨਹੀਂ ਔੜ ਰਹੀ, ਹੁਣ ਕੋਈ ਜਵਾਬ ਨਹੀਂ ਆ ਰਿਹਾ ਕਿ ਹੁਣ ਸਤਿਗੁਰਾਂ ਜੀ ਦੀ ਆਖੀ ਹੋਈ ਗੱਲ ਦਾ ਜਵਾਬ ਕਿਵੇਂ ਦੇ। ਸਤਿਗੁਰਾਂ ਜੀ ਨੇ ਉਹਦੀ ਹਕੀਕਤ, ਜਿਸ ਤੋਂ ਨਗਰ ਦੇ ਬਹੁਤ ਲੋਕ ਜਿਹੜੇ ਸਨ ਉਹ ਜਾਣੂ ਨਹੀਂ ਸਨ, ਤਾਂ ਸਤਿਗੁਰੂ ਜੀ ਜਦੋਂ ਉਹਦੀ ਹਕੀਕਤ ਨੂੰ ਸਾਰਿਆਂ ਵਿੱਚ ਖੋਲ ਕੇ ਦੱਸ ਦਿੰਦੇ ਹਨ ਤੇ ਬੜਾ ਸ਼ਰਮਿੰਦਾ ਹੁੰਦਾ ਹੈ। ਕੋਈ ਮੂੰਹ ਤੋਂ ਉਹਦੇ ਕੁਝ ਬਚਨ ਨਹੀਂ ਆਖੇ ਜਾ ਰਹੇ ਤੇ ਸ਼ਰਮਿੰਦਾ ਆਪਣਾ ਸਿਰ ਜਿਹੜਾ ਹੈ ਉਹ ਨੀਵਾਂ ਕਰ ਲੈਂਦਾ ਹੈ ਜੀ। ਬੋਲ ਨ ਆਵ ਬਿਕਲ ਸਾ ਭਇਓ, ਜਉ ਕਿਰਪਨ ਕਾ ਤਨ ਕਿਤ ਗਇਓ। ਤੇ ਕਹਿੰਦੇ ਨੇ ਇਸ ਪ੍ਰਕਾਰ ਉਹ ਚੁੱਪ ਕਰ ਜਾਂਦਾ ਹੈ, ਆਪਣਾ ਸਿਰ ਨੀਵਾਂ ਕਰ ਲੈਂਦਾ ਹੈ। ਕਹਿੰਦੇ ਜਿਵੇਂ ਕਿਸੇ ਕੰਜੂਸ ਨੂੰ, ਜਿਹੜਾ ਕਿਰਪਨ ਕੰਜੂਸ ਹੁੰਦਾ ਹੈ, ਉਹਦਾ ਧਨ ਗਵਾਚ ਜਾਵੇ ਉਹ ਦੁਖੀ ਹੁੰਦਾ ਹੈ, ਇਸੇ ਤਰ੍ਹਾਂ ਹੀ ਮਲਕ ਭਾਗੋ ਸਤਿਗੁਰਾਂ ਜੀ ਦੇ ਬਚਨ ਸੁਣ ਕੇ ਹਕੀਕਤ ਉਹਦਾ ਪਾਜ ਉਗੜ ਗਿਆ, ਬੜਾ ਸ਼ਰਮਿੰਦਾ ਹੋਇਆ, ਸਿਰ ਨੀਵਾਂ ਕਰ ਲਿਆ ਹੈ। ਅਗਲੀਆਂ ਵਿਚਾਰਾਂ ਇਸ ਤੋਂ ਬਾਅਦ ਕਿਵੇਂ ਉਹ ਸਤਿਗੁਰਾਂ ਜੀ ਦੇ ਨਾਲ ਇਸ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਉਹ ਕੀ ਕਰਦਾ ਹੈ, ਇਹ ਵਿਚਾਰਾਂ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ ਜੀ।